ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਫਰੰਟ ਲਾਈਨ ਪ੍ਰੋਗਰਾਮ ਦੇ ਵਿੱਚ ਰੋਜ਼ ਅਸੀਂ ਅੱਜ ਦੇ ਜਿਹੜੇ ਕੈਨੇਡਾ ਦੇ 8-10 ਮੁੱਦੇ ਹੁੰਦੇ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹਨਾਂ ਦੇ ਵੱਖ-ਵੱਖ ਪਹਿਲੂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਉਸੇ ਤਰ੍ਹਾਂ ਹੀ ਅੱਜ ਅਸੀਂ ਹਾਜ਼ਰ ਹਾਂ। ਅੱਜ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਜਿਹੜੀਆਂ ਅੱਜ ਸਾਰਾ ਦਿਨ ਕੈਨੇਡਾ ਦੇ ਵਿੱਚ ਗੱਲਬਾਤ ਚੱਲਦੀ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ RCMP ਦੇ ਵਿੱਚ ਕਾਫੀ ਅਸਾਮੀਆਂ ਖਾਲੀ ਪਈਆਂ, ਇਹਦੇ ਬਾਰੇ ਚਰਚਾ ਚੱਲ ਰਹੀ ਆ। ਕੈਲਗਰੀ ਦੇ ਹਸਪਤਾਲ ਦੇ ਬਾਹਰ ਇੱਕ ਟ੍ਰੇਲਰ ਨੂੰ ਉਹਨਾਂ ਨੇ ਵੇਟਿੰਗ ਏਰੀਆ ਬਣਾ ਲਿਆ ਆ। ਗਿਣਤੀ ਹਸਪਤਾਲਾਂ 'ਚ ਮਰੀਜ਼ਾਂ ਦੀ ਇੰਨੀ ਵੱਧ ਗਈ ਆ ਵੀ ਬਾਹਰ ਟ੍ਰੇਲਰ ਲਾ ਕੇ ਉਹਦੇ 'ਚ ਹੀਟ ਲਾ ਕੇ ਉਹਨਾਂ ਨੇ ਟੈਂਪਰੇਰੀ ਬੰਦੋਬਸਤ ਕੀਤਾ ਆ। ਚੀਨ ਦੇ ਵਿੱਚ ਕੋਵਿਡ ਪਾਬੰਦੀਆਂ ਦੇ ਵਿਰੁੱਧ ਪ੍ਰਦਰਸ਼ਨ ਹੋ ਰਹੇ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਰ ਡਾਕਟਰ ਆਉਣਗੇ, ਇਹਦੇ ਲਈ ਰਾਹ ਪੱਧਰਾ ਕਰ ਦਿੱਤਾ ਗਿਆ। ਸਾਡੇ ਨਵੇਂ ਪ੍ਰੀਮੀਅਰ ਡੇਵਿਡ ਈਵੀ ਕਾਫੀ ਯਤਨ ਕਰ ਰਿਹਾ, ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਐਡਮਿੰਟਨ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ। ਇੱਕ ਵਿਅਕਤੀ ਨੇ ਆਪਣਾ ਸਟੋਰ ਦਾ ਥਾਂ ਬਦਲ ਲਿਆ, ਪਰ ਸ਼ੇਰਵੁੱਡ ਪਾਰਕ ਦੇ ਵਿੱਚ ਚੋਰੀ ਉੱਥੇ ਫੇਰ ਹੋ ਗਈ ਆ। BC ਦੇ ਵਿੱਚ ਇੱਕ ਹੋਮਲੈਸ ਦੀ ਮੌਤ ਹੋਈ ਆ ਤੇ ਉਹਦੀ ਮਾਤਾ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਆ ਵੀ ਇਹਦੀ ਮੌਤ ਦੇ ਲਈ ਕੌਣ ਜ਼ਿੰਮੇਵਾਰ ਆ। ਅਮਰੀਕਾ ਦੇ ਵਿੱਚ ਕੋਵਿਡ ਨਾਲ ਅਜੇ ਵੀ ਰੋਜ਼ 300 ਦੇ ਕਰੀਬ ਮੌਤ ਹੋ ਜਾਂਦੀ ਆ। ਕੀ ਗੱਲਬਾਤ ਆ ਇਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਪਿੱਛੇ ਜੇ 2 ਹਫ਼ਤੇ ਪਹਿਲਾਂ ਰਿਪੋਰਟ ਆਈ ਸੀ ਕਿ ਜਿਹੜਾ ਵੈਨਕੂਵਰ ਆ ਇਹ 65ਵੇਂ ਨੰਬਰ ਦੇ ਉੱਤੇ ਦੁਨੀਆ ਦੇ ਸੋਹਣੇ ਸ਼ਹਿਰਾਂ ਦੇ ਵਿੱਚੋਂ ਹੈਗਾ। ਹੁਣ ਗੱਲਬਾਤ ਇਹ ਚੱਲ ਰਹੀ ਹੈ ਕਿ ਇਹਦਾ ਨੰਬਰ ਪਿੱਛੇ ਕਿਉਂ ਆ। ਦੁਨੀਆ ਦੇ ਪਹਿਲੇ 50 ਜਾਂ 60 ਸੋਹਣੇ ਸ਼ਹਿਰਾਂ ਦੇ ਵਿੱਚ ਵੈਨਕੂਵਰ ਕਿਉਂ ਨਹੀਂ ਆਉਂਦਾ, ਇਹਦਾ ਨੰਬਰ ਪਿੱਛੇ ਕਿਉਂ, ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹ ਤੋਂ ਪਹਿਲਾਂ ਕਿ ਖਬਰਾਂ ਜਿਹੜੀਆਂ ਅੱਜ ਦੇ ਮੁੱਦੇ ਅਸਲ 'ਚ ਤੁਹਾਡੇ ਨਾਲ ਸਾਂਝੇ ਕਰੀਏ, ਇੱਕ ਮੁੱਦਾ ਇਹ ਆ ਕਿ ਕੱਲ੍ਹ ਨੂੰ ਸਨੋ ਲੋਅਰ ਮੇਨਲੈਂਡ ਦੇ ਵਿੱਚ ਪੈਣੀ ਆ। ਅਗਲੇ ਹਫ਼ਤੇ ਕਾਫੀ ਜ਼ਿਆਦਾ ਦੱਸਦੇ ਆ। ਮੰਗਲਵਾਰ ਬਾਅਦ ਦੁਪਹਿਰ ਨੂੰ, ਅੱਜ ਸੋਮਵਾਰ ਸ਼ਾਮ ਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਸੋ ਅੱਜ ਰਾਤ ਨੂੰ ਤੇ ਜਾਂ ਕੱਲ੍ਹ ਨੂੰ ਸਨੋ ਪੈਣੀ ਆ, ਤੇ ਉਹ ਕਹਿੰਦੇ ਕਾਫੀ ਜ਼ਿਆਦਾ ਪੈਣੀ ਆ। ਫਿਰ ਇੱਕ ਦਿਨ ਮੀਂਹ ਆ ਤੇ ਫਿਰ ਅੱਗੇ ਸਨੋ ਆ, ਫਿਰ ਧੁੱਪ ਆ, ਫਿਰ ਸਨੋ ਆ। ਕਾਫੀ ਜ਼ਿਆਦਾ ਠੰਡ ਬ੍ਰਿਟਿਸ਼ ਕੋਲੰਬੀਆ ਦੇ ਇਸ ਇਲਾਕੇ ਦੇ ਵਿੱਚ, ਵੈਨਕੂਵਰ ਦੇ ਆਲੇ ਦੁਆਲੇ ਲੋਅਰ ਮੇਨਲੈਂਡ ਫਰੇਜ਼ਰ ਵੈਲੀ ਦੇ ਵਿੱਚ ਪੈਣੀ ਹੈ। ਤੇ ਆਪਣਾ ਪ੍ਰਬੰਧ ਕਰਕੇ ਰੱਖੋ। ਸਵੇਰ ਨੂੰ ਇਹ ਗੱਲ ਮੰਨ ਕੇ ਚੱਲੋ ਵੀ ਸਨੋ ਪਈ ਹੋਣੀ। ਅੱਜ ਵੀ ਟੈਂਪਰੇਚਰ ਬਹੁਤ ਘੱਟ ਸੀ। ਕਾਰਾਂ ਦੇ ਉੱਤੇ ਬਾਹਰ ਜਿਹੜਾ ਪਾਣੀ ਜੰਮਿਆ ਪਿਆ ਹੁੰਦਾ ਬਹੁਤ ਵਾਰੀ। ਤੇ এনवायरमेंट ਕੈਨੇਡਾ ਵੀ ਇਹ ਗੱਲਬਾਤ ਕਰ ਰਹੀ ਆ। ਇੱਕ ਸਪੈਸ਼ਲ ਮਤਲਬ ਵਾਰਨਿੰਗ ਤਾਂ ਨਹੀਂ, ਪਰ ਵੈਦਰ ਸਟੇਟਮੈਂਟ ਉਹਨਾਂ ਨੇ ਜ਼ਰੂਰ ਜਾਰੀ ਕੀਤੀ ਹੈ। ਮੈਟਰੋ ਵੈਨਕੂਵਰ, ਜਿਹਦੇ 'ਚ ਵੈਨਕੂਵਰ ਪ੍ਰੋਪਰ ਜਿਹੜਾ ਸ਼ਹਿਰ ਆ, ਬਰਨਵੀ, ਨਿਊ ਵੈਸਟਮਿੰਸਟਰ, ਨਾਰਥ ਵੈਨਕੂਵਰ, ਵੈਸਟ ਵੈਨਕੂਵਰ, ਕੋਕਟਲੋ, ਮੈਪਲ ਰਿਜ, ਸਰੀ, ਲੈਂਗਲੀ, ਰਿਚਮੰਡ, ਡੈਲਟਾ, ਜਿੰਨੇ ਵੀ ਸ਼ਹਿਰ ਆਲੇ ਦੁਆਲੇ ਹੈਗੇ ਆ, ਇਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਦੱਸਿਆ ਗਿਆ। ਵੈਦਰ ਏਜੰਸੀ ਕਹਿ ਰਹੀ ਹੈ ਕਿ ਕਾਫੀ ਜ਼ਿਆਦਾ ਤੇਜ਼ ਹਵਾ ਵਗੂਗੀ, 0 ਤੋਂ ਥੱਲੇ ਟੈਂਪਰੇਚਰ ਰਹੂਗਾ, ਤੇ ਕੁਦਰਤੀ ਆ ਕਿ ਉਹਦੇ ਨਾਲ ਬਰਫ਼ਬਾਰੀ ਹੋਊਗੀ। ਸਨੋਫਾਲ ਦੀ ਜਿਹੜੀ ਵਾਰਨਿੰਗ ਆ ਉਹ ਦਿੱਤੀ ਗਈ ਆ। ਤੇ ਜਿਹੜਾ ਤੁਹਾਡੀਆਂ ਟਰੈਵਲ ਕੰਡੀਸ਼ਨਸ ਆ ਮਾੜੀਆਂ ਹੋਣਗੀਆਂ। ਜਿੱਥੇ ਕਿਤੇ ਟਰੈਵਲ ਕਰ ਰਹੇ ਹੋ ਡਿਸਟੈਂਸ ਬਣਾ ਕੇ ਚੱਲੋ, ਹੌਲੀ ਚੱਲੋ। ਜਿਹੜੇ ਵਿੰਟਰ ਟਾਇਰ ਆ ਤੁਹਾਡੇ ਕੋਲ ਹੋਣੇ ਚਾਹੀਦੇ ਆ, ਖਾਸ ਕਰ ਜਦੋਂ ਤੁਸੀਂ ਹਾਈਵੇ ਦੇ ਉੱਤੇ ਆ। ਸੋ ਜਿਹੜੀ ਬਹੁਤ ਸਾਰੇ ਫਰੇਜ਼ਰ ਵੈਲੀ ਦੇ ਉੱਤੇ ਵਿੱਚ ਜਿਹੜੀ ਫਰੀਜ਼ਿੰਗ ਰੇਨ ਆ, ਉਹਦੀ ਵੀ ਸੰਭਾਵਨਾ ਦੱਸੀ ਗਈ ਹੈ। ਕਾਫੀ ਸਾਰੇ ਅਲਰਟ ਜਾਰੀ ਕੀਤੇ ਗਏ ਆ, ਜਿਹੜੇ ਮੈਟਰੋਲੋਜਿਸਟ ਨੇ ਉਹ ਦੱਸ ਰਹੇ ਆ। ਕਿਉਂਕਿ ਕੈਨੇਡਾ ਦੇ ਬਹੁਤ ਹਿੱਸਿਆਂ ਦੇ ਵਿੱਚ ਸਨੋ ਕੋਈ ਬਹੁਤ ਨਵੀਂ ਗੱਲ ਨਹੀਂ ਹੁੰਦੀ। ਕੈਲਗਰੀ, ਟੋਰਾਂਟੋ, ਉੱਧਰ ਮੌਂਟਰੀਅਲ, ਜਿਹੜਾ ਐਡਮਿੰਟਨ, ਕਿਤੇ ਵੀ ਤੁਸੀਂ ਚਲੇ ਜਾਓ, ਆਮ ਹੀ ਈਵਨ ਮੈਨੀਟੋਬਾ ਦੇ ਵਿੱਚ ਸਾਰੇ ਬਰਫ਼ ਆਮ ਹੀ ਪੈਂਦੀ ਆ। ਅਤੇ ਉਹ ਲੋਕ ਇਸ ਗੱਲ ਦੇ ਲਈ ਯੂਜ਼ ਟੂ ਹੁੰਦੇ ਆ। ਅਤੇ ਦੂਜਾ ਉਹਨਾਂ ਕੋਲ ਪ੍ਰਬੰਧ ਹੁੰਦਾ ਪੂਰਾ ਕਿ ਬਰਫ਼ ਨੂੰ ਹਟਾਉਣਾ ਕਿੱਥੋਂ ਅਤੇ ਕੀ ਕਰਨਾ ਆ। ਪਰ ਇੱਥੇ ਆਪਣੇ ਜਿਹੜਾ ਲੋਅਰ ਮੇਨਲੈਂਡ ਦੇ ਵਿੱਚ 10 ਤੋਂ 20 ਸੈਂਟੀਮੀਟਰ ਸਨੋਫਾਲ ਚਿੰਤਾ ਪੈਦਾ ਕਰ ਦਿੰਦੀ ਹੈ, ਕਿਉਂਕਿ ਪ੍ਰਬੰਧ ਵੀ ਉਹਨਾਂ ਨਹੀਂ ਹੁੰਦਾ, ਲੋਕ ਵੀ ਆਦੀ ਨਹੀਂ ਹੁੰਦੇ। ਅਤੇ ਜਿਹੜਾ ਫਰੀਜ਼ਿੰਗ ਟੈਂਪਰੇਚਰ ਆ ਇਹ ਆ ਰਿਹਾ। ਸੋ ਥੋੜ੍ਹਾ ਜਿਹਾ ਬਚਾ ਕੇ ਆਪਣੇ ਕੋਲ ਇੱਥੇ ਜਿਹੜਾ ਰਿਹਾ ਜਾਵੇ। ਅਤੇ ਖਾਸ ਕਰ ਜਦੋਂ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਉਸ ਵੇਲੇ ਧਿਆਨ ਦੇ ਨਾਲ ਡਰਾਈਵ ਕੀਤਾ ਜਾਵੇ। ਐਕਸਟਰਾ ਕੇਅਰ ਇਹਦੇ ਲਈ ਕੀਤੀ ਜਾਵੇ। ਕੁਛ ਜਿਹੜੇ ਰੋਡ ਨੇ ਉਹ ਸਲਿੱਪਰੀ ਹੁੰਦੇ ਨੇ ਅਤੇ ਉਹਦੇ ਤੋਂ ਬਚਾਅ ਦੀ ਜ਼ਰੂਰਤ ਆ। ਅੱਜ ਜਿਹੜੀ ਖਾਸ ਗੱਲਬਾਤ ਕਰਨੀ ਆ ਉਹ ਆਪਾਂ RCMP ਬਾਰੇ ਕਰਨੀ ਆ। ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਵੱਖ-ਵੱਖ ਪੁਲਿਸ ਦੇ ਮਾਡਲ ਨੇ। ਕਿਤੇ ਲੋਕਲ ਪੁਲਿਸ ਹੁੰਦੀ ਹੈ, ਜਿਵੇਂ ਸਾਡੇ ਡੈਲਟਾ ਆ, ਵੈਨਕੂਵਰ ਆ, ਐਬਸਫੋਰਡ ਆ, ਉੱਥੇ ਉਹਨਾਂ ਸ਼ਹਿਰਾਂ ਦੀ ਆਪਣੀ ਮਿਊਨਿਸਪੈਲਿਟੀ ਦੀ ਪੁਲਿਸ ਆ। ਸਰੀ ਦੇ ਵਿੱਚ ਟ੍ਰਾਂਜੀਸ਼ਨ ਹੋ ਰਹੀ ਹੈ। ਗੱਲਬਾਤ ਅਜੇ ਵਿੱਚ ਵਿਚਾਲੇ ਲਟਕੀ ਪਈ ਹੈ। ਇਹਦੇ ਉੱਤੇ ਵੀ ਗੱਲਬਾਤ ਚੱਲ ਰਹੀ ਹੈ ਕਿ RCMP ਹੋਣੀ ਚਾਹੀਦੀ ਹੈ ਜਾਂ ਲੋਕਲ ਪੁਲਿਸ ਹੋਣੀ ਚਾਹੀਦੀ ਹੈ। RCMP ਬਾਰੇ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਹੜੀ ਇਹ ਦੱਸਦੀ ਆ ਕਿ ਜਿਹੜੇ ਇਸ ਵੇਲੇ RCMP ਦੇ ਵਿੱਚ ਆਫਿਸਰ ਕੰਮ ਕਰ ਰਹੇ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਆ। ਪ੍ਰੈਸ਼ਰ ਇਸ ਕਰਕੇ ਬਹੁਤ ਆ ਵੀ ਜਿੰਨੇ ਬੰਦੇ ਕੰਮ ਕਰਨ ਵਾਲੇ ਚਾਹੀਦੇ ਉਹਨੇ ਬੰਦੇ ਹੈ ਨਹੀਂ, ਬੰਦੇ ਘੱਟ ਆ। 20% ਤੱਕ ਘੱਟ ਬੰਦੇ ਦੱਸੇ ਜਾ ਰਹੇ ਆ। ਹਾਲਾਂਕਿ ਜਿਹੜੇ ਹੈੱਡ ਆਫ RCMP ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਿਪਟੀ ਕਮਿਸ਼ਨਰ ਡਿਆਨ ਮੈਕਡੋਨਲਡ, ਉਹਨਾਂ ਨੇ ਇਹ ਦੱਸਿਆ ਆ ਵੀ ਇਹਦੇ ਨਾਲ ਕੰਮ ਦੇ ਉੱਤੇ ਫਰਕ ਨਹੀਂ ਪੈ ਰਿਹਾ। ਮਤਲਬ ਇਹ ਨਹੀਂ ਕਿ ਕੰਮ ਜਿਹੜਾ ਦੇਰੀ ਨਾਲ ਹੋ ਰਿਹਾ, ਪਰ ਕੁਦਰਤੀ ਆ ਵੀ ਇਹਦਾ ਅਸਰ ਤਾਂ ਉੱਤੇ ਹੀ ਪੈ ਰਿਹਾ। RCMP ਨੇ ਜਿਹੜੀਆਂ ਫਿਗਰਸ ਪ੍ਰੋਵਾਈਡ ਕੀਤੀਆਂ, ਜਿਹੜੇ ਅੰਕੜੇ ਪ੍ਰੋਵਾਈਡ ਕੀਤੇ ਅਨੁਸਾਰ 1500 ਓਪਨ ਪੋਜੀਸ਼ਨ ਇਸ ਵੇਲੇ RCMP ਦੀ BC ਦੇ ਵਿੱਚ ਹੈਗੀ। ਔਰ 1500 ਓਪਨ ਪੋਜੀਸ਼ਨ ਤੇ ਹੰਡਰਡਸ ਜਿਹੜੀਆਂ ਕਈ ਸੈਂਕੜੇ ਵੇਕੈਂਟ ਪੋਜੀਸ਼ਨਸ ਹੈਗੀਆਂ ਨੇ। ਇੱਥੇ 20% ਵੈਕੈਂਸੀ ਰੇਟ RCMP ਦੇ ਵਿੱਚ
ਦੱਸਿਆ ਜਾ ਰਿਹਾ। 7100 ਟੋਟਲ ਸਟਰੈਂਥ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਦੀ। BC ਦੇ ਜਿਹੜੇ ਪ੍ਰੀਮੀਅਰ ਨੇ ਡੇਵਿਡ ਈਵੀ, ਉਹਨਾਂ ਨੇ ਪਿਛਲੇ ਹਫ਼ਤੇ ਅਨਾਊਂਸਮੈਂਟ ਕੀਤੀ ਸੀ ਕਿ 230 ਮਿਲੀਅਨ 230 ਜਿਹੜਾ ਮਿਲੀਅਨ ਡਾਲਰ ਆ ਉਹ ਜਿਹੜਾ RCMP ਦੇ ਲਈ ਦਿੱਤਾ ਜਾਣਾ ਆ, ਤਾਂ ਕਿ ਐਡੀਸ਼ਨਲ 277 ਆਫਿਸਰ ਜਿਹੜੇ ਹਾਇਰ ਕੀਤੇ ਜਾਣ ਤੇ RCMP ਦੀ ਪ੍ਰੋਵਿੰਸ਼ੀਅਲ ਪੁਲਿਸ ਜਿਹੜੀ ਹੈਗੀ ਆ ਉਹਨੂੰ ਸਟਰੈਂਥ 2600 ਦੀ ਕੀਤੀ ਜਾਵੇ। ਪ੍ਰੋਵਿੰਸ਼ੀਅਲ ਸਰਵਿਸ ਦੇ ਵਿੱਚ ਹਾਈਵੇ ਪੈਟਰੋਲਸ, ਜਿਹੜੀਆਂ ਛੋਟੀਆਂ ਕਮਿਊਨਿਟੀ ਪੁਲਿਸਿੰਗ, ਇਸੇ ਤਰ੍ਹਾਂ ਹੀ ਜਿਹੜੀਆਂ ਸਪੈਸ਼ਲਿਟੀ ਟੀਮਸ ਜਿਨ੍ਹਾਂ 'ਚ ਮੇਜਰ ਕ੍ਰਾਈਮ ਯੂਨਿਟ, ਚਾਈਲਡ ਸੈਕਸੁਅਲ ਐਕਸਪਲੋਇਟੇਸ਼ਨ ਯੂਨਿਟ, ਉਹ ਹੋਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਜਿਹੜਾ ਇਸ ਵੇਲੇ, ਕਿਉਂਕਿ ਸਰੀ ਦੇ ਵਿੱਚ ਖਾਸ ਤੌਰ 'ਤੇ ਮੁੱਦਾ ਕਾਫੀ ਚਰਚਾ ਦੇ ਵਿੱਚ ਆ, ਤੇ ਟੋਟਲ ਜਦੋਂ RCMP ਦੇ ਉੱਤੇ ਸਵਾਲ ਉੱਠਦੇ ਆ ਵੀ ਇਹ ਲੋਕ ਹੈ ਕਿਉਂ ਨਹੀਂ। ਜਿਹੜੀਆਂ 242 ਹੋਰ ਜਿਹੜੀਆਂ ਪੋਜੀਸ਼ਨਸ ਨੇ ਉਹ ਵਿਹਲੀਆਂ ਪਈਆਂ ਨੇ, ਤੇ ਟੋਟਲ 519 ਹੁਣ ਇਹਦੇ ਵਿੱਚ ਬਹੁਤ ਸਾਰੀਆਂ ਇਹਨੂੰ ਜਿਹੜੀਆਂ RCMP ਆ ਹਾਰਡ ਵੈਕੈਂਸੀਜ਼ ਕਹਿ ਰਹੀ ਆ, ਤੇ ਜਾਂ ਜਿਹੜੇ 1000 ਜਾਂ ਹੋਰ ਜਿਹੜੇ ਦੂਜੇ ਆਫਿਸਰਸ ਨੇ ਉਹ ਦੂਜੀ ਕਿਸਮ ਦੀ ਲੀਵ ਦੇ ਉੱਤੇ ਵੀ ਆ, ਜਿਨ੍ਹਾਂ ਦੇ ਵਿੱਚ ਮੰਨ ਲਓ ਕੁਛ ਮਟਰਨਿਟੀ ਲੀਵ ਤੇ ਆ, ਕੋਈ ਪੈਟਰਨਿਟੀ ਲੀਵ ਤੇ ਆ, ਕੋਈ ਸ਼ਾਰਟ ਟਰਮ ਲੌਂਗ ਟਰਮ ਸਿਕ ਲੀਵ ਦੇ ਉੱਤੇ, ਇਲਨੈਸ ਦੇ ਨਾਲ ਕੋਈ ਇੰਜਰੀ ਕਰਕੇ ਆ, ਕੋਈ ਸਸਪੈਂਸ਼ਨ ਆ, ਕਿਸੇ ਨੇ ਬਿਨਾਂ ਤਨਖਾਹ ਤੋਂ ਛੁੱਟੀ ਲਈ, ਇਹਦੇ ਵਿੱਚ ਉਹ ਲੋਕ ਵੀ ਸ਼ਾਮਲ ਨੇ। ਸੋ ਇਹਨਾਂ ਦੇ ਵਿੱਚ ਇਹਨਾਂ ਨੂੰ ਸੌਫਟ ਵੈਕੈਂਸੀਜ਼ ਵੀ ਕਿਹਾ ਜਾ ਰਿਹਾ। ਅਕਤੂਬਰ 2022 ਤੱਕ 1005 ਜਿਹੜੀਆਂ ਵੈਕੈਂਸੀ ਸੀਗੀਆਂ, ਜਿਹੜੀਆਂ 14% ਟੋਟਲ ਵੈਕੈਂਸੀ ਦੱਸਦੇ ਆ। ਸੋ 20% ਵੈਕੈਂਸੀ ਰੇਟ BC ਦੇ ਵਿੱਚ RCMP ਦੇ ਵਿੱਚ ਨੇੜੇ ਤੇੜੇ ਇੱਕ ਚਿੰਤਾ ਵਾਲੀ ਗੱਲਬਾਤ ਵੀ ਆ। ਹਾਲਾਂਕਿ ਉਹ ਕਹਿ ਰਹੇ ਆ ਕਿ ਇਹਦੇ ਨਾਲ ਪਰਫਾਰਮੈਂਸ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੇ ਅਫਸਰ ਕੰਮ ਕਰ ਰਹੇ ਆ ਉਹਨਾਂ ਦੇ ਉੱਤੇ ਕੁਦਰਤੀ ਤੌਰ 'ਤੇ ਜ਼ਿਆਦਾ ਕੰਮ ਦਾ ਬੋਝ ਜਾਂ ਜ਼ਿਆਦਾ ਉਹਨਾਂ ਦੇ ਉੱਤੇ ਅਸਰ ਪੈਂਦਾ ਆ। ਓਵਰਟਾਈਮ ਬਜਟ ਜਿਹੜਾ ਉਹਨਾਂ ਦਾ ਆ, ਜਿੱਦਾਂ ਕਮਿਊਨਿਟੀ ਪੁਲਿਸ ਡਿਪਾਰਟਮੈਂਟ ਆ ਜਿਹਦੇ ਵਿੱਚ ਇਨਫੋਰਮੇਸ਼ਨ ਦੇਣੀ ਆ, ਕ੍ਰਾਈਮ ਪ੍ਰੀਵੈਂਸ਼ਨ ਦੀ, ਨੇਬਰਹੁੱਡ ਸੇਫਟੀ ਆ, ਜਿਹੜੀਆਂ ਮਤਲਬ ਬਹੁਤ ਕੋਰ RCMP ਦੀਆਂ ਸੇਵਾਵਾਂ ਨਹੀਂ, ਪਰ ਇਹਦੇ ਨਾਲ ਜੁੜਦੀਆਂ ਸੇਵਾਵਾਂ ਤਾਂ ਹੈਗੀਆਂ। ਸੋ ਇੱਕ ਵਾਰੀ ਫਿਰ ਇਹਨੇ ਜਿਹੜੇ ਸਵਾਲ ਪੈਦਾ ਕਰ ਦਿੱਤੇ ਆ ਕਿ ਜਿੰਨੀਆਂ ਪੋਜੀਸ਼ਨ RCMP ਦੇ ਵਿੱਚ ਖਾਲੀ ਆ, ਤੇ ਫਿਰ ਕੀ ਇਹਨੂੰ ਪੂਰਾ ਕਰਨ ਦੇ ਲਈ ਕਿੱਦਾਂ ਕੀਤਾ ਜਾਣਾ ਆ। ਸਰੀ ਵਰਗਾ ਸ਼ਹਿਰ ਜਿੱਥੇ ਇਸ ਵੇਲੇ ਮੁੱਦਾ ਬਹੁਤ ਚਰਚਾ ਦੇ ਵਿੱਚ ਆ ਕਿ RCMP ਜ਼ਿਆਦਾ ਜ਼ਰੂਰੀ ਹੈ ਜਾਂ ਲੋਕਲ ਪੁਲਿਸ ਜ਼ਿਆਦਾ ਜ਼ਰੂਰੀ ਹੈ, ਉੱਥੇ ਤੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਸ ਰਿਪੋਰਟ ਨੇ ਕਾਫੀ ਸਾਰੇ ਸਵਾਲ ਪੈਦਾ ਕਰ ਦਿੱਤੇ ਆ। ਤੇ ਆਸ ਕੀਤੀ ਜਾ ਰਹੀ ਹੈ ਕਿ ਜਿਹੜੀ ਬਜਟਿੰਗ ਸਾਡੇ ਪ੍ਰੀਮੀਅਰ ਡੇਵਿਡ ਈਵੀ ਹੁਣੀ ਅਨਾਊਂਸ ਕੀਤੀ ਆ, ਉਹਦੇ ਨਾਲ ਇਹਨਾਂ ਦੀ ਰਿਕਰੂਟਮੈਂਟ ਦੇ ਵਿੱਚ, ਵੈਕੈਂਸੀਜ਼ ਦੇ ਵਿੱਚ ਜਿਹੜਾ ਆ ਰੇਟ ਘਟਣ ਦੇ ਵਿੱਚ ਫਰਕ ਪਊਗਾ। ਦੂਜੇ ਥਾਵਾਂ ਦੇ ਉੱਤੇ ਵੀ ਕਾਫੀ ਇਹਦਾ ਫਰਕ ਆ। ਅੰਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਫੋਰਸ ਦਾ ਜਿਹੜਾ ਆਡਿਟ ਹੋਇਆ ਸੀ, ਅੰਟੈਰੀਓ ਆਡੀਟਰ ਜਨਰਲ ਨੇ ਦੱਸਿਆ ਸੀ ਕਿ ਡਿਪਾਰਟਮੈਂਟ ਦੇ ਜਿਹੜਾ ਆ ਉਹ ਅੰਡਰ ਸਟਾਫ ਆ ਫਰੰਟ ਲਾਈਨ ਆਫਿਸਰਸ ਦੇ ਲਈ। 2020 ਦੇ ਵਿੱਚ 1000 ਤੋਂ ਜ਼ਿਆਦਾ ਫਰੰਟ ਲਾਈਨ ਪੁਲਿਸ ਆਫਿਸਰਸ ਉੱਥੇ ਵੇਕੈਂਟ ਸੀਗੇ ਅੰਟੈਰੀਓ ਦੇ ਵਿੱਚ। ਸੋ ਇਹ ਕਿਤੇ ਨਾ ਕਿਤੇ ਜਦੋਂ ਬਹੁਤ ਸਾਰੇ ਸਵਾਲ ਉੱਠਦੇ ਆ ਕਿ ਪੁਲਿਸ ਦਾ ਕੰਮ ਟਾਈਮ 'ਤੇ ਨਹੀਂ ਹੁੰਦਾ, ਜਾਂ ਜਿਹੜਾ ਲੀਗਲ ਸਿਸਟਮ ਆ ਜਾਂ ਸਾਡਾ ਜਿਹੜਾ ਪੁਲਿਸਿੰਗ ਦਾ ਸਿਸਟਮ ਆ, ਇਹਦੇ ਵਿੱਚ ਕਿਤੇ ਨਾ ਕਿਤੇ ਟਾਈਮ ਬਹੁਤ ਲੱਗਦਾ। ਘਰ ਦੇ ਉਡੀਕਦੇ ਰਹਿ ਜਾਂਦੇ ਆ, ਜਿਹਨਾਂ ਕਿਸੇ ਦੇ ਨਾਲ ਕੋਈ ਹਾਦਸਾ ਵਾਪਰਿਆ ਹੁੰਦਾ ਉਹ ਹੁੰਦਾ ਨਹੀਂ। ਤਾਂ ਉਹਦੇ ਵਿੱਚ ਇੱਕ ਕਾਰਨ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਜਿੱਥੇ ਪੁਲਿਸ ਹੀ ਪੂਰੀ ਨਹੀਂ, ਪੂਰੇ ਸਟਾਫ ਹੀ ਨਹੀਂ ਪੂਰਾ, ਤਾਂ ਉੱਥੇ ਅਸਰ ਸਿੱਧਾ ਇਸ ਡਿਲੇ ਦੇ ਉੱਤੇ ਪੈਂਦਾ ਨਜ਼ਰ ਆਉਂਦਾ। ਹੈਲਥ ਕੇਅਰ ਸਿਸਟਮ ਪੂਰੇ ਦੇਸ਼ 'ਤੇ ਹੀ ਇਸ ਵੇਲੇ ਗੜਬੜਾਇਆ ਆ, ਤੇ BC ਬਾਰੇ ਆਪਾਂ ਬਹੁਤ ਵਾਰੀ ਗੱਲਬਾਤ ਕਰਦੇ ਹਾਂ। ਕੈਲਗਰੀ ਦੇ ਵਿੱਚ ਵੀ ਹਾਲਤ ਬਹੁਤ ਹੀ ਚੰਗੀ ਨਹੀਂ, ਅਲਬਰਟਾ ਦੇ ਵਿੱਚ ਵੀ। ਅਲਬਰਟਾ ਹੈਲਥ ਕੇਅਰ ਸਰਵਿਸਿਜ਼ ਦੇ ਉੱਤੇ ਬਹੁਤ ਸਾਰੇ ਸਵਾਲ ਉੱਠਦੇ ਰਹਿੰਦੇ ਆ। ਕਦੇ ਉਹਨਾਂ ਕੋਲ ਐਂਬੂਲੈਂਸ ਟਾਈਮ 'ਤੇ ਨਹੀਂ ਪਹੁੰਚਦੀ, ਕਈ ਵਾਰੀ ਕਈ ਘੰਟੇ ਲੱਗ ਜਾਂਦੇ ਆ, ਕਈ ਲੋਕਾਂ ਦੀ ਮੌਤ ਵੀ ਹੋਈ ਹੈ ਇਸ ਸਿਲਸਿਲੇ ਦੇ ਵਿੱਚ ਜਿਹੜੀਆਂ ਖਬਰਾਂ ਬਣੀਆਂ। ਤੇ ਫਿਰ ਉਹਨਾਂ ਨੇ ਐਂਬੂਲੈਂਸ ਦੇ ਦਿੱਤੀ ਸੀ ਅਲਬਰਟਾ ਹੈਲਥ ਸਰਵਿਸਿਜ਼ ਨੂੰ, ਤੇ ਉਹ ਕਹਿੰਦੇ ਐਂਬੂਲੈਂਸ ਖਾਲੀ ਨੂੰ ਕੀ ਕਰੀਏ, ਇਹਨੂੰ ਚਲਾਉਣ ਵਾਲੇ ਤੇ ਇਹਦੇ ਵਿੱਚ ਸਟਾਫ ਹੀ ਹੈ ਨਹੀਂ, ਸਾਡੇ ਕੋਲ ਸਟਾਫ ਦੀ ਘਾਟ ਆ। ਇਹ ਹੁਣ ਇਸ ਵੇਲੇ ਜਿਹੜੀ ਆਹ ਫਲੂ ਫੈਲਿਆ ਸਾਰੇ ਕੈਨੇਡਾ ਦੇ ਵਿੱਚ ਹੀ, ਇਹਦਾ ਅਸਰ ਅਲਬਰਟਾ ਦੇ ਵਿੱਚ ਵੀ ਹੋ ਰਿਹਾ। ਤੇ ਅਲਬਰਟਾ ਚਿਲਡਰਨ ਹਸਪੀਟਲ ਜਿਹੜਾ ਕੈਲਗਰੀ ਦੇ ਵਿੱਚ ਆ, ਉੱਥੇ ਉਹਨਾਂ ਨੇ ਹੁਣ ਹੀਟਡ ਟ੍ਰੇਲਰ ਖੋਲ੍ਹ ਦਿੱਤਾ ਹੈ ਬਾਹਰ ਐਮਰਜੈਂਸੀ ਡਿਪਾਰਟਮੈਂਟ ਦੇ। ਤੁਸੀਂ ਅਲਬਰਟਾ ਚਿਲਡਰਨ ਹਸਪੀਟਲ ਕੈਲਗਰੀ ਜਾ ਕੇ ਦੇਖੋ, ਉਹਦੇ ਬਾਹਰ ਇੱਕ ਟ੍ਰੇਲਰ ਪਿਆ ਬਹੁਤ ਲੰਬਾ। ਅਲਬਰਟਾ ਹੈਲਥ ਸਰਵਿਸ ਕਹਿ ਰਹੇ ਆ ਕਿ ਇਹ ਟਵੀਟ ਦੇ ਵਿੱਚ ਉਹਨਾਂ ਨੇ ਪਿਛਲੇ ਵੀਕਐਂਡ ਦੇ ਉੱਤੇ ਦੱਸਿਆ ਸੀ ਕਿ ਇਹ ਦਸੰਬਰ ਦੇ ਵਿੱਚ ਸ਼ੁਰੂ ਦੇ ਵਿੱਚ ਆਪਰੇਸ਼ਨਲ ਹੋ ਜਾਣਾ। ਮਤਲਬ ਹਸਪਤਾਲ ਦੇ ਵਿੱਚ ਥਾਂ ਹੈ ਨਹੀਂ। ਤੁਸੀਂ ਪੋਰਟੇਬਲ ਸਕੂਲ ਸੁਣੇ ਹੋਣਗੇ ਕਿ ਜਦੋਂ ਸਕੂਲ ਨਹੀਂ ਹੁੰਦੇ, ਕਲਾਸਰੂਮ ਸਾਡੇ ਕੋਲ ਇੱਥੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਤੇ ਉਹ ਪੋਰਟੇਬਲਸ ਬਣਾ ਦਿੰਦੇ ਆ, ਟੈਂਪਰੇਰੀ ਬਾਹਰ ਇੱਕ ਮਤਲਬ ਬਣਾ ਕੇ ਤੇ ਉਹਨੂੰ ਰੱਖ ਦਿੰਦੇ ਆ, ਤੇ ਉਹਨੂੰ ਫਿਰ ਯੂਜ਼ ਕੀਤਾ ਜਾਂਦਾ, ਜਿਹਨੂੰ ਪੋਰਟੇਬਲਸ ਕਹਿੰਦੇ ਆ। ਬ੍ਰਿਟਿਸ਼ ਕੋਲੰਬੀਆ 'ਚ ਬਹੁਤ ਸਾਰੇ ਪੋਰਟੇਬਲ ਸਕੂਲ ਨੇ। ਹੁਣ ਪੋਰਟੇਬਲ ਹਸਪੀਟਲ ਦਾ ਕਨਸੈਪਟ, ਪੋਰਟੇਬਲ ਹਸਪੀਟਲ ਤਾਂ ਨਹੀਂ ਕਹਿ ਸਕਦੇ, ਪਰ ਇਹਦਾ ਇੱਕ ਮਾਡਲ ਤੁਸੀਂ ਇਹਨੂੰ ਇਮੈਜਿਨ ਕਰਕੇ ਦੇਖ ਸਕਦੇ ਹੋ ਕਿ ਉਹਨਾਂ ਕੋਲੇ ਥਾਂ ਹੈ ਨਹੀਂ, ਤੇ ਉਹਨਾਂ ਨੇ ਹੀਟਡ ਟ੍ਰੇਲਰ ਲਾ ਰਿਹਾ ਬਾਹਰ ਕਿ ਮਤਲਬ ਉਹਦੇ 'ਚ ਪੂਰਾ ਪ੍ਰਬੰਧ ਆ ਹੀਟ ਵਗੈਰਾ ਦਾ। ਹੁਣ ਉਹ ਤਾਂ ਕਹਿ ਰਿਹਾ ਵੀ ਇਹਨੂੰ ਅਸੀਂ ਇੱਥੇ ਜਿਹੜਾ ਵੇਟਿੰਗ ਰੂਮ ਬਣਾਇਆ ਇਹਨੂੰ ਅਸੀਂ
ਹੈਲਥ ਅਫੀਸ਼ੀਅਲਸ ਜਿਹੜੇ ਉਹਨਾਂ ਨੇ ਕਿਹਾ ਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕਿ ਇਨ ਪੇਸ਼ੈਂਟਸ ਯੂਨਿਟ ਜਿਹੜੇ ਅਲਬਰਟਾ ਚਿਲਡਰਨਸ ਦੇ ਵਿੱਚ ਤੇ ਐਡਮਿੰਟਨ ਦੇ ਵਿੱਚ ਹੈਗੇ ਆ ਉਹ 100% ਤੋਂ ਜ਼ਿਆਦਾ ਕਪੈਸਿਟੀ ਦੇ ਚੱਲ ਰਹੇ ਆ। ਹੁਣ ਇਸ ਗੱਲ ਦਾ ਅੰਦਾਜ਼ਾ ਲਾ ਕੇ ਦੇਖੋ ਕਿ ਹਸਪਤਾਲ ਦੇ ਵਿੱਚ ਜਿੰਨੇ ਬੰਦੇ ਅੰਦਰ ਜਾ ਸਕਦੇ ਉੱਥੇ ਇੱਕ ਕਪੈਸਿਟੀ ਹੈ ਬੈੱਡ ਦੀ, ਉਹ ਤੋਂ ਜ਼ਿਆਦਾ ਬੱਚੇ ਆ ਹੀ ਨਹੀਂ ਸਕਦੇ ਉੱਥੇ। ਤੇ ਇਸੇ ਤਰ੍ਹਾਂ ਹੀ ਵੇਟਿੰਗ ਰੂਮ ਦੇ ਵਿੱਚ ਆ, ਇੱਕ ਸਰਟਨ ਲਿਮਿਟ ਤੋਂ ਬਾਅਦ ਬੰਦੇ ਉੱਥੇ ਰਹਿ ਨਹੀਂ ਸਕਦੇ। ਤੇ ਹੁਣ ਫਿਰ ਉਹ 100% ਤੋਂ ਉੱਤੇ ਲੋਕ ਆ ਜਾਂਦੇ, ਮੋੜ ਤੇ ਉਹਨਾਂ ਨੂੰ ਸਕਦੇ ਨਹੀਂ, ਉਹ ਕਰਨਗੇ ਕੀ? ਜਾਂ ਤਾਂ ਇਹ ਫਲੂ ਨੇ ਜ਼ਿਆਦਾ ਕੰਮ ਵਿਗਾੜ ਦਿੱਤਾ। ਕੋਵਿਡ ਕਾਲ ਦੇ ਵਿੱਚ ਤੇ ਇਦਾਂ ਦੀਆਂ ਗੱਲਾਂ ਅਸੀਂ ਆਮ ਸੁਣਦੇ ਸੀ, ਪਰ ਇਸ ਵੇਲੇ ਅਲਬਰਟਾ ਹੈਲਥ ਸਰਵਿਸਿਜ਼ ਜਿਹੜੀ ਕਹਿ ਰਹੀ ਹੈ ਕਿ ਟ੍ਰੇਲਰ ਕੈਲਗਰੀ ਦੇ ਵਿੱਚ ਕਿਹਾ ਉਹਨਾਂ ਨੇ ਇਹੀ ਹੈ ਕਿ ਅਸੀਂ ਐਮਰਜੈਂਸੀ ਡਿਪਾਰਟਮੈਂਟ ਦੇ ਲਈ ਯੂਜ਼ ਕਰਾਂਗੇ, ਤੇ ਜਦੋਂ ਸਾਡੇ ਕੋਲ ਵੋਲਿਊਮ ਬਹੁਤ ਜ਼ਿਆਦਾ ਪੇਸ਼ੈਂਟਸ ਦਾ ਵੱਧ ਗਿਆ ਤੇ ਉੱਥੇ ਅਸੀਂ ਇਹਨੂੰ ਕਰਾਂਗੇ। ਤੇ ਇਹ ਜਿਹੜਾ ਉੱਥੇ ਬਾਕੀ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਉਸੇ ਤਰ੍ਹਾਂ ਹੀ ਸਾਰਾ ਕੰਮਕਾਰ ਚੱਲਦਾ ਰਹੂਗਾ। ਇਹ ਇੱਕ ਐਡੀਸ਼ਨਲ ਸਪੇਸ ਆ ਸਾਡੇ ਲਈ, ਜਿਹੜਾ ਮਤਲਬ ਬਹੁਤ ਜ਼ਿਆਦਾ ਅੰਦਰ ਕਰਾਊਡ ਹੋ ਜਾਂਦੀ ਆ, ਉਹਨੂੰ ਪਰੇ ਕਰਨ ਦੇ ਲਈ ਵਰਤੇਗਾ। ਪਰ ਇਹਨੂੰ ਅਸੀਂ ਪ੍ਰਾਇਮਰੀ ਟ੍ਰੀਟਮੈਂਟ ਏਰੀਆ ਵਜੋਂ ਨਹੀਂ ਵਰਤਾਂਗੇ। ਲੋਕਾਂ ਦੇ ਵਿੱਚ ਬਹੁਤ ਸਾਰੀ ਚਿੰਤਾ ਸੀ ਵੀ ਹੁਣ ਟ੍ਰੇਲਰ ਦੇ ਵਿੱਚ ਇਲਾਜ ਕਰਨਗੇ, ਉੱਥੇ ਡਾਕਟਰ ਆ ਕੇ ਦੇਖਣਗੇ, ਉਹ ਕਹਿੰਦੇ ਨਹੀਂ ਇਹ ਸਿਰਫ ਵੇਟਿੰਗ ਏਰੀਆ ਆ। BC ਚਿਲਡਰਨ ਹਸਪੀਟਲ ਵੈਨਕੂਵਰ ਦੇ ਵਿੱਚ ਵੀ ਕਈ ਵਾਰੀ ਇੱਦਾਂ ਹੁੰਦਾ, ਜਦੋਂ ਇੱਥੇ ਕਿਉਂਕਿ ਬੱਚਿਆਂ ਦੇ ਨਾਲ ਆਮ ਬੰਦਾ ਤੇ ਆ ਇਕੱਲਾ ਚਲਿਆ ਜਾਂਦਾ ਜਿਹੜਾ ਅਡਲਟ ਹੁੰਦਾ ਆ, ਬੱਚਿਆਂ ਦੇ ਨਾਲ ਮਾਪੇ ਜਾਂਦੇ ਆ ਤੇ ਕਈ ਵਾਰੀ 2 ਮਾਪੇ ਹੁੰਦੇ ਆ, ਉਹ ਦੋਵੇਂ ਜਣੇ ਨਾਲ ਗਏ ਹੁੰਦੇ ਆ। ਤੇ ਉਹ ਫਿਰ ਜਦੋਂ ਉੱਥੇ ਹੁਣ ਬੈਠਣ ਲਈ ਜਗ੍ਹਾ ਲਿਮਿਟਡ ਆ, 100% ਤੋਂ ਜਦੋਂ ਉੱਤੇ ਚਲੇਗਾ ਫਿਰ ਉਹ ਬੇਨਤੀ ਕਰ ਦਿੰਦੇ ਵੀ ਜਿਹੜੇ ਇੱਕ ਜਣਾ ਬਾਹਰ ਚਲੇ ਜਾਓ, ਜਿਹੜਾ ਇੱਕ ਪੇਰੈਂਟ ਆ ਉਹੀ ਨਾਲ ਬੱਚੇ ਦੇ ਰਹੋ। ਤੇ ਹੁਣ ਇਸੀ ਪ੍ਰੋਬਲਮ ਇੱਥੇ ਵੇਟਿੰਗ ਏਰੀਆ ਦੇ ਵਿੱਚ ਕੈਲਗਰੀ ਦੇ ਵਿੱਚ ਆ ਰਹੀ ਆ। ਤੇ ਉਹਨਾਂ ਨੇ ਫਿਰ ਹੀਟਰ ਟ੍ਰੇਲਰ ਬਾਹਰ ਲਾ ਦਿੱਤਾ ਵੀ ਜੇ ਵੇਟਿੰਗ ਏਰੀਆ ਵਜੋਂ ਵਰਤਣਾ ਹੋਇਆ ਤਾਂ ਇਹਨੂੰ ਵਰਤ ਲਾਂਗੇ। ਅਲਬਰਟਾ ਚਿਲਡਰਨ ਹਸਪੀਟਲ ਦਾ ਐਮਰਜੈਂਸੀ ਡਿਪਾਰਟਮੈਂਟ 300 ਵਿਜ਼ਿਟ ਇੱਕ ਦਿਨ ਦੇ ਵਿੱਚ ਦੇਖ ਰਿਹਾ ਪਿਛਲੇ ਮਹੀਨੇ ਤੋਂ, ਤੇ ਜਿਹੜੀ ਕਿ ਇਹ ਤੋਂ ਪਹਿਲਾਂ 180 ਤੇ 220 ਇੱਕ ਦਿਨ ਦੇ ਵਿੱਚ ਦੇਖਦੇ ਰਹੇ ਸੀ। ਹੁਣ ਕਿੰਨੇ ਕੁ ਪੇਸ਼ੈਂਟ ਹਸਪਤਾਲ ਦੇ ਵਿੱਚ ਦੇਖੇ ਜਾਂਦੇ ਆ, ਉਹ ਕਹਿੰਦੇ ਅਸੀਂ ਉਹਨਾਂ ਨੂੰ ਅਪਰੋਪਰੀਏਟ ਟ੍ਰੀਟਮੈਂਟ ਦਿੰਦੇ ਆ। ਜਿਹੜੀ ਇਹ ਪ੍ਰੈਕਟਿਸ ਆ ਇਹਨੂੰ ਦੇਖਿਆ ਜਾ ਰਿਹਾ ਆ। ਸੋ ਇਸ ਸਬੰਧ ਦੇ ਵਿੱਚ ਔਰ ਜਿਹੜਾ ਸਕੂਲ ਬੋਰਡ ਆ ਉਹ ਵੀ ਦੇਖ ਰਿਹਾ ਕਿ ਜਿਹੜੇ ਸੀਜ਼ਨਲ ਰੈਸਪੀਰੇਟਰੀ ਇਲਨੈਸ ਆ ਕੋਵਿਡ-19 ਦੇ ਨਾਲ ਤੇ ਹੋਰ ਸਾਰਾ ਕੁਝ ਕਰਨ ਦੇ ਨਾਲ ਸਕੂਲਾਂ ਦੇ ਵਿੱਚ ਨਿਆਣੇ ਐਬਸੈਂਟ ਬਹੁਤ ਨੇ। ਐਬਸੈਂਟੀ ਵੀ ਇਸ ਵੇਲੇ ਬਹੁਤ ਸਿਰੇ ਦੇ ਉੱਤੇ ਗਈ ਆ। ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪ੍ਰੋਵਿੰਸ ਜਿਹੜਾ ਆ ਉਹ ਇਹਨੂੰ ਡੀਲ ਕਰਨ ਦੇ ਲਈ ਜੋ ਕੁਛ ਇਸ ਵੇਲੇ ਫਲੂ ਬੱਚਿਆਂ ਦੇ ਵਿੱਚ ਖਾਸ ਤੌਰ 'ਤੇ ਫੈਲਿਆ ਆ ਸਾਰਾ ਕੁਝ ਕਰ ਰਿਹਾ ਆ। ਫੈਡਰਲ ਸਰਕਾਰ ਵੀ ਯਤਨ ਕਰ ਰਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਟਾਈਨੋ ਆ ਜਾਂ ਐਡਵਿਲ ਆ ਉਹ ਬੱਚਿਆਂ ਦੀ ਸਟੋਰਾਂ ਦੇ ਵਿੱਚ ਪਹੁੰਚ ਜਾਵੇ, ਉਹਦੇ ਨਾਲ ਵੀ ਕਾਫੀ ਜ਼ਿਆਦਾ ਬਚਾਅ ਹੋਊਗਾ। ਕਿਉਂਕਿ ਜਦੋਂ ਘਰ ਦੇ ਵਿੱਚ ਇਲਾਜ ਹੀ ਨਹੀਂ ਹੁੰਦਾ ਤੇ ਉਹ ਵੀ ਬੱਚੇ ਜ਼ਿਆਦਾ ਜਿਹੜੇ ਆ ਹਸਪੀਟਲ ਦੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਾਂਦੇ ਆ। NDP ਲੀਡਰ ਨੇ ਜਿਹੜੇ ਅਪੋਜੀਸ਼ਨ ਦੇ ਲੀਡਰ ਰੇਚਲ ਨੋਟਲੀ, ਉਹਨਾਂ ਨੇ ਇਸ ਨਿਊਜ਼ ਨੂੰ ਰਿਸਪੌਂਡ ਕੀਤਾ ਸੀ ਕਿ ਜਿਹੜੇ ਇਹ ਹਸਪਤਾਲ ਦੇ ਬਾਹਰ ਇੱਕ ਟ੍ਰੇਲਰ ਲਾ ਦੇਣਾ, ਜਿਹੜਾ ਟਰੱਕ ਦੇ ਪਿੱਛੇ ਟ੍ਰੇਲਰ ਹੁੰਦਾ, ਔਰ ਉਹਨੂੰ ਹਸਪਤਾਲ ਦੇ ਇੱਕ ਵੇਟਿੰਗ ਏਰੀਏ ਵਜੋਂ ਯੂਜ਼ ਕਰਨਾ। ਰੇਚਲ ਨੋਟਲੀ ਨੇ ਕਿਹਾ ਸੀ ਕਿ ਇਹ ਇਸ ਗੱਲ ਦੇ ਲਈ ਇੱਕ ਇੰਡੀਕੇਸ਼ਨ ਆ ਕਿ ਸਾਨੂੰ ਹੋਰ ਰਿਸੋਰਸਿਸ ਤੇ ਸਟਾਫ ਚਾਹੀਦਾ ਆ, ਇਹ ਆਉਣਾ ਚਾਹੀਦਾ ਆ। ਕੋਈ ਵਿਪਤਾ ਆ ਜਾਂਦੀ ਬਹੁਤ ਵੱਡੀ, ਕੋਵਿਡ ਆ ਗਿਆ ਸੀ, ਉਸ ਵੇਲੇ ਮੰਨਿਆ ਗਿਆ ਸੀ ਕਿ ਕਿੰਨੇ ਸਾਰੇ ਪ੍ਰਬੰਧ ਦੁਨੀਆ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੀਤੇ ਗਏ ਸੀ, ਨਹੀਂ ਸੀਗੇ ਹਸਪਤਾਲਾਂ ਦੇ ਵਿੱਚ ਬੈੱਡ। ਪਰ ਇਹ ਤਾਂ ਇੱਕ ਨਾਰਮਲ ਫਲੂ ਆ, ਅਗਲੇ ਸਾਲ ਵੀ ਆ ਸਕਦਾ, ਉਹ ਤੋਂ ਅਗਲੇ ਸਾਲ ਵੀ ਆ ਸਕਦਾ। ਇਹਦੇ ਲਈ ਘੱਟੋ ਘੱਟ ਜੇ ਇਹ ਪ੍ਰਬੰਧ ਕਰਨਾ ਪੈ ਰਿਹਾ ਕਿ ਤੁਹਾਨੂੰ ਬਾਹਰ ਹੀਟਰ ਟ੍ਰੇਲਰ ਲਾ ਕੇ ਉੱਥੇ ਨਿਆਣਿਆਂ ਨੂੰ, ਬਿਮਾਰ ਬੱਚਿਆਂ ਨੂੰ ਬਿਠਾ ਕੇ ਤੇ ਇੰਤਜ਼ਾਰ ਕਰਾਉਣਾ ਪੈ ਰਿਹਾ, ਇਹਦਾ ਮਤਲਬ ਇਹ ਆ ਕਿ ਰਿਸੋਰਸਿਸ ਹੋਰ ਇਸ ਪਾਸੇ ਆਉਣੇ ਚਾਹੀਦੇ ਆ। ਕੋਵਿਡ ਦੇ ਨਾਲ ਸੰਬੰਧਿਤ ਹੀ ਅਗਲੀ ਖਬਰ ਆ। ਖਬਰ ਇਹ ਆ ਕਿ ਚੀਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਇਸ ਵੇਲੇ। ਪਹਿਲੀ ਵਾਰ ਸ਼ਾਇਦ ਚੀਨ ਦੇ ਵਿੱਚ ਐਡੇ ਵੱਡੇ ਪ੍ਰਦਰਸ਼ਨ ਹੋਇਆ। ਚੀਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼ੀ ਜਿਨਪਿੰਗ, ਸਿੱਧਾ ਉਹਨਾਂ ਨੂੰ ਚੈਲੰਜ ਕੀਤਾ ਜਾ ਰਿਹਾ ਜ਼ੀਰੋ ਕੋਵਿਡ ਸਟ੍ਰੈਟਜੀ ਦੇ ਅਪੋਜ਼ਿਟ। ਕਿਸੇ ਵੇਲੇ ਲੋਕ ਚੀਨ ਦੀਆਂ ਸਿਫਤਾਂ ਬਹੁਤ ਕਰਦੇ ਸੀ ਵੀ ਦੇਖੋ ਚੀਨ ਕਿਹੋ ਜਿਹਾ ਆ, ਉੱਥੋਂ ਵਾਇਰਸ ਸ਼ੁਰੂ ਹੋਇਆ, ਦੁਨੀਆ ਹਜੇ ਉਸ ਵਾਇਰਸ ਨਾਲ ਨਜਿੱਠੀ ਰਹੀ ਹੈ ਤੇ ਚੀਨ ਨੇ ਕਾਬੂ ਪਾ ਕੇ ਸਾਰਾ ਕੁਝ ਖੋਲ੍ਹ ਵੀ ਦਿੱਤਾ। ਪਰ ਅਸਲ ਦੇ ਵਿੱਚ ਜਿਹੜੀ ਹੁਣ ਗੱਲ ਸਮਝ ਆ ਰਹੀ ਹੈ ਕਿ ਜਿਹੜੇ ਬਾਕੀ ਮੁਲਕਾਂ ਨੇ ਇਹਤਿਆਤ ਵਰਤੇ ਸੀ ਜਾਂ ਵੈਕਸੀਨੇਸ਼ਨ ਸੀਗੀ ਜਾਂ ਜੋ ਕੁਛ ਸੀਗਾ ਉਹ ਬਿਹਤਰ ਮਾਡਲ ਸੀ ਚੀਨ ਦੇ ਮਾਡਲ ਨਾਲੋਂ। ਬਾਕੀ ਦੇਸ਼ਾਂ ਨੇ ਥੋੜ੍ਹਾ ਜਿਹਾ ਇਹਤਾਤ ਵੀ ਰੱਖਿਆ, ਥੋੜ੍ਹਾ ਜਿਹਾ ਖੁੱਲ੍ਹਾ ਵੀ ਰੱਖਿਆ ਸਾਰਾ ਕੁਛ। ਉਹਦੇ ਨਾਲ ਹੋਇਆ ਕਿ ਥੋੜ੍ਹੀ ਵੈਕਸੀਨ ਲੱਗੀ ਗਈ, ਥੋੜ੍ਹੇ ਬਾਕੀ ਲੋਕਾਂ ਨੂੰ ਕੋਵਿਡ ਹੋ ਹੀ ਗਿਆ ਹੈਗਾ। ਜਿਹਨਾਂ ਲੋਕਾਂ ਨੂੰ ਕੋਵਿਡ ਹੋਈ ਗਿਆ ਉਹਨਾਂ ਦੇ ਵਿੱਚ ਨੈਚੁਰਲ ਇਮਿਊਨਿਟੀ ਬਣਦੀ ਗਈ ਤੇ ਹੌਲੀ ਹੌਲੀ ਸਾਰਾ ਕੁਛ ਆਪਣੀ ਲੀਹ ਦੇ ਉੱਤੇ ਦੁਬਾਰਾ ਲਗਭਗ ਆ ਗਿਆ। ਚੀਨ ਨੇ ਜ਼ੀਰੋ ਕੋਵਿਡ ਪਾਲਿਸੀ ਰੱਖੀ ਵੀ ਜਿੱਥੇ ਕਿਤੇ ਕੋਵਿਡ ਹੋ ਗਿਆ ਉਹਨੂੰ ਇੱਕਦਮ ਰੋਕ ਦਿਓ, ਉਹ ਬੰਦੇ ਨੂੰ ਸਟ੍ਰਿਕਟਲੀ ਪਾਸੇ ਕਰ ਦਿਓ, ਉਹਨੂੰ ਮਿਲਣ ਹੀ ਨਾ ਦਿਓ ਕਿਸੇ ਨਾਲ, ਕੋਈ ਦੂਜੇ ਬੰਦੇ ਨੂੰ ਕੋਵਿਡ ਹੋਣ ਹੀ ਨਹੀਂ ਦਿੱਤਾ ਉਹਨਾਂ ਨੇ। ਤੇ ਜਦੋਂ ਕਿਸੇ ਨੂੰ ਕੋਵਿਡ ਹੋਇਆ ਹੀ ਨਹੀਂ ਤੇ ਉਹਨਾਂ ਦੇ ਵਿੱਚ ਇਮਿਊਨਿਟੀ ਬਣੀ ਨਹੀਂ, ਵੈਕਸੀਨ ਦੇ ਨਾਲ ਉਹ ਗੱਲ ਨਹੀਂ ਬਣੀ,
ਤੇ ਅਜੇ ਤੱਕ ਵੀ ਉੱਥੇ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਤੇ ਹੁਣ ਸਗੋਂ ਜ਼ਿਆਦਾ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਬਾਵਜੂਦ ਇੰਨੀ ਵਾਰੀ ਵੈਕਸੀਨ ਲੱਗਣ ਦੇ। ਤੇ ਹੁਣ ਜਦੋਂ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਆ ਤਾਂ ਥੋੜਾ ਚਿਰ ਤਾਂ ਚੱਲ ਸਕਦਾ, ਲਗਾਤਾਰ 3 ਸਾਲ ਹੋ ਗਏ ਇਹੀ ਕੁਝ ਚੱਲਦੇ ਨੂੰ, ਲੋਕ ਅੱਕ ਗਏ। ਅੱਕੇ ਲੋਕ ਉੱਥੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਰਾਸ਼ਟਰਪਤੀ ਦੇ। ਹਾਲਾਂਕਿ ਚੀਨ ਇਹੋ ਜਿਹਾ ਦੇਸ਼ ਆ ਜਿੱਥੇ ਉਹਨਾਂ ਦੇ ਪ੍ਰੈਜ਼ੀਡੈਂਟ ਦੇ ਖਿਲਾਫ ਬੋਲਣਾ ਛੋਟੀ ਗੱਲ ਨਹੀਂ ਆ। ਤੁਸੀਂ ਇੱਦਾਂ ਆਲੋਚਨਾ ਨਹੀਂ ਕਰ ਸਕਦੇ ਉਹਨਾਂ ਦੀਆਂ ਪਾਲਿਸੀਜ਼ ਦੀ। ਇੰਨਾ ਜ਼ਿਆਦਾ ਉਹਨਾਂ ਦਾ ਜਿਹੜਾ ਸਿਸਟਮ ਆ ਕਿ ਹਰ ਥਾਂ ਤੇ ਕੈਮਰਾ ਆ, ਉਹ ਤੁਹਾਡੀ ਫੇਸ ਰੈਕੋਗਨੀਸ਼ਨ ਹੋ ਜਾਂਦੀ ਆ। ਮਤਲਬ ਇੰਨੀ ਉਹਨਾਂ ਦੀ ਟੈਕਨੀਕਲੀ ਉਹ ਇੰਨੇ ਐਡਵਾਂਸ ਨੇ, ਉਹਨਾਂ ਦੇ ਹਰ ਜਿਹੜੇ ਰੋਡ ਕਿੰਨੇ ਹੈਗੇ ਆ ਉਹਨਾਂ ਦੇ ਉੱਤੇ ਕੈਮਰੇ ਦੱਸਦੇ ਆ ਕਿ ਡਰੋਨ ਉਹਨਾਂ ਨੇ ਜਿਵੇਂ ਉੜਦੇ ਕਬੂਤਰ ਹੁੰਦੇ ਆ ਇੱਦਾਂ ਦੇ ਡਰੋਨ ਵੀ ਛੱਡੇ ਆ ਜਿਹੜੇ ਉਹਨਾਂ ਦੇ ਕੈਮਰਿਆਂ ਦਾ ਕੰਮ ਕਰਦੇ ਆ। ਉਹਨਾਂ ਦੀ ਜਿਹੜੀ ਵੀ ਚੈਟ ਉੱਥੋਂ ਦੀ ਹੈਗੀ ਆ, ਜਿਹੜੇ ਗਰੁੱਪ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਕੁਝ ਵੀ ਲਿਖਦੇ ਆ ਸਰਕਾਰ ਦੇ ਖਿਲਾਫ 1 ਮਿੰਟ ਦੇ ਵਿੱਚ ਤੁਹਾਨੂੰ ਫੜ ਲੈਂਦੇ ਨੇ। ਉਹਨਾਂ ਦੀ ਇਹਦੇ ਲਈ ਕਾਫੀ ਡਿਕਟੇਟਰਸ਼ਿਪ ਆ, ਸਖਤੀ ਆ। ਪਰ ਇਹ ਸਾਰੇ ਕੁਝ ਦੇ ਬਾਵਜੂਦ ਲੋਕ ਅੱਕ ਗਏ ਤੇ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਵੇਲੇ ਗੁੱਸਾ ਲੋਕਾਂ ਦਾ ਬਹੁਤ ਜ਼ਿਆਦਾ ਆ। ਪਿਛਲੇ ਹਫ਼ਤੇ ਤੋਂ ਲੈ ਕੇ ਉੱਥੇ ਇੱਕ ਜਿਹੜਾ ਸ਼ਿਨਜ਼ਿੰਗ ਰੀਜਨ ਆ ਉਹਦੇ ਵਿੱਚ ਅੱਗ ਲੱਗ ਗਈ ਤੇ ਜਿਹਦੇ ਵਿੱਚ ਇੱਕ ਅਪਾਰਟਮੈਂਟ ਦੇ ਵਿੱਚ ਤੇ 10 ਜਣਾਂ ਦੀ ਮੌਤ ਹੋ ਗਈ, ਜਿਨ੍ਹਾਂ ਦੇ ਵਿੱਚ ਇੱਕ 3 ਸਾਲ ਦਾ ਬੱਚਾ ਵੀ ਸੀ ਜਿਹਦੀ ਮੌਤ ਹੋਈ ਆ। ਹੁਣ ਅੱਗ ਲੱਗਣੀ ਕੋਈ ਵੱਡੀ ਗੱਲ ਨਹੀਂ, ਕਿਤੇ ਨਾ ਕਿਤੇ ਇੱਦਾਂ ਦੇ ਹਾਦਸੇ ਵਾਪਰ ਜਾਂਦੇ, ਪਰ ਉਹ ਬਚਾਅ ਵਾਲਿਆਂ ਨੂੰ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਕਰਕੇ ਪਹੁੰਚਣ 'ਚ 3 ਘੰਟੇ ਲੱਗ ਗਏ। ਲੋਕ ਇਸ ਗੱਲ ਤੋਂ ਖਿੱਝ ਗਏ ਵੀ ਇਹ ਕਿਹੜਾ ਜਿਹੜੀ ਜ਼ੀਰੋ ਸਟ੍ਰੈਟਜੀ ਆ ਜਿਹਦੇ ਕਰਕੇ ਕੀਤਾ ਜਾ ਰਿਹਾ। ਤੇ ਉੱਥੋਂ ਦੀ ਜਿਹੜੀ ਕਮਿਊਨਿਸਟ ਪਾਰਟੀ ਆ ਤੇ ਸ਼ੀ ਜਿਨਪਿੰਗ ਆ, ਉਹਨਾਂ ਨੂੰ ਮਤਲਬ ਸਟੈਪ ਡਾਊਨ ਕਮਿਊਨਿਸਟ ਪਾਰਟੀ, ਸਟੈਪ ਡਾਊਨ ਸ਼ੀ ਜਿਨਪਿੰਗ ਦੇ ਨਾਅਰੇ ਲੱਗ ਰਹੇ ਆ ਉੱਥੇ। ਉਹ ਸਾਫ਼ ਤੌਰ ਤੇ ਕਹਿ ਰਹੇ ਆ ਕਿ ਸਾਨੂੰ ਇਸ ਸਾਰੇ ਕੁਝ ਤੋਂ ਨਿਜਾਤ ਚਾਹੀਦੀ ਆ, ਇਹਨੂੰ ਪ੍ਰੈਜ਼ੀਡੈਂਟ ਨੂੰ ਲਾ ਦਿਓ। ਇਹ ਪਾਰਟੀ ਜਿਹੜੀ ਆ ਕਮਿਊਨਿਸਟ ਪਾਰਟੀ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਆ। ਉੱਥੇ ਇੱਕ ਪਾਵਰ ਸਟਿਪ ਸੀਗੀ ਜਿਹੜੀ ਬਿਜਲੀ ਦੇ ਵਿੱਚ ਕੋਈ ਸ਼ਾਰਟ ਸਰਕਟ ਹੋ ਗਿਆ, ਉਹਦੇ ਨਾਲ 15ਵੇਂ ਫਲੋਰ ਦੇ ਉੱਤੇ ਅਪਾਰਟਮੈਂਟ ਤੇ ਅੱਗ ਲੱਗੀ ਤੇ 3 ਘੰਟੇ ਤੱਕ ਉਹ ਜਿਹੜਾ ਫਾਇਰ ਡਿਪਾਰਟਮੈਂਟ ਸੀ ਉੱਥੇ ਪਹੁੰਚਿਆ ਨਹੀਂ। ਉਹਦੀਆਂ ਵੀਡੀਓ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਆ ਵੀ ਚੀਨ ਉਹਨਾਂ ਦੇਸ਼ਾਂ ਦੇ ਵਿੱਚੋਂ ਆ ਜਿਨ੍ਹਾਂ ਦੀ ਕੋਈ ਖਬਰ ਬਾਹਰ ਵੀ ਨਹੀਂ ਆਉਂਦੀ। ਉਹ ਖਬਰ ਵੀ ਉਨੀ ਕੀ ਬਾਹਰ ਆਉਂਦੀ ਆ, ਨਾ ਉਹਨਾਂ ਦਾ ਸੋਸ਼ਲ ਮੀਡੀਆ ਆਪਣਾ ਸਾਰਾ ਕੁਛ ਹੈਗਾ, ਪਰ ਕਿਸੇ ਨਾ ਕਿਸੇ ਤਰ੍ਹਾਂ ਹੁਣ ਦੁਨੀਆ ਨੂੰ ਇਹ ਗੱਲਬਾਤ ਪਤਾ ਲੱਗ ਰਹੀ ਆ। ਤੇ ਸ਼ਿਨਜ਼ਿਆਂਗ ਦੇ ਵਿੱਚ ਉੱਥੇ ਇਹ ਜਿਹੜਾ ਹਾਦਸਾ ਵਾਪਰਿਆ ਆ, ਇਹਦੇ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਵਿਦਰੋਹ ਕਹਿ ਲਓ ਸਰਕਾਰ ਦੇ ਖਿਲਾਫ ਲੋਕ ਉੱਠੇ ਹੋਏ ਆ। ਸੋਸ਼ਲ ਮੀਡੀਆ ਦੇ ਉੱਤੇ ਕਰਾਊਡਸ ਦਿਸ ਰਹੀ ਆ, ਲੋਕ ਮਾਰਚ ਕਰ ਰਹੇ ਆ ਔਰ ਸਿੱਧਾ ਕਹਿ ਰਹੇ ਆ ਕਿ ਇਹਨਾਂ ਨੂੰ ਥੱਲੇ ਆਉਣਾ ਚਾਹੀਦਾ ਹੈ। ਔਰ ਕਈ ਘੰਟੇ ਉੱਥੇ ਲੋਕਾਂ ਨੇ ਸੜਕਾਂ ਦੇ ਉੱਤੇ ਆ ਕੇ ਮਾਰਚ ਕੀਤਾ ਆ ਤੇ ਸਿੱਧਾ ਲੋਕ ਮੰਗ ਕਰ ਰਹੇ ਆ ਕਿ ਇਹਨੂੰ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਨੂੰ ਹਟਾਇਆ ਜਾਵੇ। ਚੀਨ ਕਮਿਊਨਿਸਟ ਕੰਟਰੀ ਆ, ਰੂਸ ਤੋਂ ਬਾਅਦ ਚੀਨ ਦੂਜੀ ਦੇਸ਼ ਸੀਗਾ ਜਿੱਥੇ ਕਮਿਊਨਿਸਟਾਂ ਨੇ ਰਾਜ ਕੀਤਾ। ਤੇ ਜਿਹੜੇ ਚੀਨ ਦੇ ਵੱਡੇ ਲੀਡਰ ਹੋਏ ਜਿਨ੍ਹਾਂ ਨੇ ਇਨਕਲਾਬ ਕੀਤਾ ਸੀ, ਉੱਥੇ ਕ੍ਰਾਂਤੀ ਲਿਆਂਦੀ ਸੀ, ਮਾਓ ਜ਼ੇਡੋਂਗ ਨੇ ਇਹ ਕਿਹਾ ਸੀ ਕਿ ਇੱਕ ਜਿਹੜਾ ਸਿੰਗਲ ਸਪਾਰਕ ਆ ਉਹ ਪੂਰੀ ਦੀ ਪੂਰੀ ਅੱਗ ਨੂੰ ਸ਼ੁਰੂ ਕਰ ਸਕਦਾ। ਉਹਨਾਂ ਨੇ ਸ਼ਾਇਦ ਇਨਕਲਾਬ ਜਾਂ ਕ੍ਰਾਂਤੀ ਦੇ ਸੰਬੰਧ ਦੇ ਵਿੱਚ ਇਹ ਗੱਲ ਕਹੀ ਸੀ, ਪਰ ਮਾਓ ਜ਼ੇਡੋਂਗ ਦਾ ਉਹ ਸਪਾਰਕ ਜਿਹੜਾ ਸ਼ਾਇਦ ਚੀਨ ਦੇ ਵਿੱਚ ਇਸ ਉਰਮੁਕੀ ਸ਼ਹਿਰ ਦੇ ਵਿੱਚ ਉਸ ਅਪਾਰਟਮੈਂਟ 'ਚ ਲੱਗੀ ਅੱਗ ਤੋਂ ਸ਼ੁਰੂ ਹੋਇਆ, ਜਿਹਨੇ ਲੋਕ ਅੱਕੇ ਬੈਠੇ ਸੀ ਇੰਨੇ ਚਿਰ ਤੋਂ ਉਸ ਸ਼ਾਸਕ ਦੀਆਂ, ਡਿਕਟੇਟਰ ਦੀਆਂ ਜਿਹੜੀਆਂ ਪਾਲਿਸੀਜ਼ ਉਹਨਾਂ ਨੂੰ ਲੈ ਕੇ। ਤੇ ਇੱਕਦਮ ਉਹਨਾਂ ਨੇ ਹੁਣ ਲੋਕਾਂ ਨੇ ਉਹ ਛੋਟੇ ਜਿਹੇ ਜਿਹੜਾ ਇੱਕ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਤੇ ਸਾਰੇ ਲੋਕ ਸੜਕਾਂ ਦੇ ਉੱਤੇ ਆ ਕੇ ਉਹਨਾਂ ਦੀਆਂ ਸਾਰੀਆਂ ਪਾਲਿਸੀਜ਼ ਦੇ ਖਿਲਾਫ ਬੋਲਣ ਲੱਗ ਪਏ। ਸ਼ਨੀਵਾਰ ਰਾਤ ਤੱਕ ਵੀ ਜਿਹੜੀਆਂ ਉੱਥੋਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਉਹਦੇ ਵਿੱਚ ਸਾਫ਼ ਪਤਾ ਲੱਗ ਗਿਆ ਕਿ ਜਿਹੜਾ ਸ਼ੰਘਾਈ ਦੇ ਵਿੱਚ ਆਲੇ ਦੁਆਲੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ 2-2 ਮਹੀਨੇ ਦਾ ਲੰਬਾ ਲੋਕਡਾਊਨ, ਔਰ ਜਿਹਨੂੰ ਕਰੋਨਾ ਹੋ ਜਾਂਦਾ ਉਹਨੂੰ ਚੱਕ ਕੇ ਉਹ ਫੋਕ ਲਿਫਟ ਦੇ ਨਾਲ ਜਾਂ ਦੂਜੀਆਂ ਚੀਜ਼ਾਂ ਦੇ ਨਾਲ ਚੱਕ ਕੇ ਉਹਨੂੰ ਪਾਸੇ ਲੈ ਕੇ ਜਾਂਦੇ ਆ, ਕਰੇਨਾਂ ਦੇ ਨਾਲ ਉਹਨਾਂ ਨੂੰ ਚੱਕਿਆ ਜਾ ਰਿਹਾ। ਜ਼ੀਰੋ ਕੋਵਿਡ ਟੋਲਰੈਂਸ ਪਾਲਿਸੀਜ਼ ਦੇ ਬਾਅਦ ਹੁਣ ਸਟੈਪ ਡਾਊਨ ਸ਼ੀ ਜਿਨਪਿੰਗ, ਸਟੈਪ ਡਾਊਨ ਦੇ ਨਾਅਰੇ ਸੋਸ਼ਲ ਮੀਡੀਆ ਦੇ ਉੱਤੇ ਸੁਣ ਰਹੇ ਆ। ਔਰ ਕੱਲ੍ਹ ਤੱਕ ਐਤਵਾਰ ਤੱਕ ਜਿਹੜੀਆਂ ਖਬਰਾਂ ਸੀ ਕਿ ਪ੍ਰੋਟੈਸਟ ਹੋਰ ਸਿਟੀਜ਼ ਜਿਹੜਿਆਂ ਦੇ ਵਿੱਚ ਬੀਜਿੰਗ ਵੀ ਆ ਉੱਥੇ ਵੀ ਪਹੁੰਚ ਚੁੱਕਿਆ ਆ। ਦੇਖੋ ਇਹ ਗੱਲਬਾਤ ਕਿੱਥੇ ਜਾਂਦੀ। ਬਹੁਤ ਸਾਰੇ ਸਟੂਡੈਂਟਸ ਯੂਨੀਵਰਸਿਟੀਜ਼ ਦੇ ਵਿੱਚੋਂ ਬਾਹਰ ਆਏ ਆ। ਉੱਥੇ ਪਹਿਲਾਂ ਚੀਨ ਦੇ ਵਿੱਚ ਕਦੇ ਇਹ ਆਲਮ ਦੇਖਣ ਨੂੰ ਮਿਲਿਆ ਨਹੀਂ ਜਿਹੜਾ ਇਸ ਵੇਲੇ ਉੱਥੇ ਦੇਖਣ ਨੂੰ ਮਿਲ ਰਿਹਾ ਆ। ਤੇ ਸਰਕਾਰ ਦੇ ਖਿਲਾਫ ਸਿੱਧੇ ਲੋਕ ਜਿਹੜੇ ਇਸ ਵੇਲੇ ਸੜਕਾਂ ਦੇ ਉੱਤੇ ਆ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦੀ ਕਮੀ ਬਾਰੇ ਆਪਾਂ ਬਹੁਤ ਵਾਰੀ ਗੱਲਬਾਤ ਕਰਦੇ ਹਾਂ ਕਿ ਇੱਥੇ ਮਿਲੀਅਨ ਦੇ ਕਰੀਬ ਲੋਕ ਨੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਹੈ ਨਹੀਂ। ਸਾਡੇ ਪ੍ਰੀਮੀਅਰ ਬਦਲੇ ਨੇ ਹੁਣ, ਡੇਵਿਡ ਈਵੀ ਆਏ ਨੇ ਤੇ ਉਹਨਾਂ ਨੇ ਹੁਣ ਕਿਹਾ ਵੀ ਅਸੀਂ ਇਹਦਾ ਕੋਈ ਹੱਲ ਕਰ ਰਹੇ ਹਾਂ ਤੇ ਜਲਦੀ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਜਾਂ ਦੂਜੀਆਂ ਥਾਵਾਂ ਦੇ ਉੱਤੇ ਜਦੋਂ ਇਹਨਾਂ ਦੀ ਲੋੜ ਆ ਉਹਨਾਂ ਨੂੰ ਪੂਰਾ ਕੀਤਾ ਜਾਊਗਾ। ਪ੍ਰੀਮੀਅਰ ਡੇਵਿਡ ਈਵੀ ਨੇ ਇਹ ਗੱਲਬਾਤ ਕਹੀ ਆ ਕਿ ਜਿਹੜਾ ਪ੍ਰੈਕਟਿਸ ਰੈਡੀ ਅਸੈਸਮੈਂਟ ਪ੍ਰੋਗਰਾਮ ਆ
ਇਹਦੇ ਲਈ 3 ਗੁਣਾ ਸੀਟਾਂ ਵਧਾ ਰਹੇ ਆ। 32 ਸਪੌਟਸ ਨੇ ਤੇ ਉਹਨੂੰ ਕਹਿੰਦੇ ਅਸੀਂ 2024 ਤੱਕ 96 ਕਰ ਦਾਂਗੇ। ਮਸਲਾ ਕੀ ਹੈ, ਡਾਕਟਰ ਹੈ ਨਹੀਂਗੇ ਸਾਡੇ ਕੋਲ, ਇਹ ਗੱਲ ਸਾਰਿਆਂ ਨੂੰ ਪਤਾ ਆ। ਬਾਹਰੋਂ ਬਹੁਤ ਸਾਰੇ ਲੋਕ ਡਾਕਟਰ ਨੇ ਜਿਹੜੇ ਬਣ ਕੇ ਕੈਨੇਡਾ ਦੇ ਵਿੱਚ ਆ ਜਾਂਦੇ ਨੇ, ਇੰਡੀਆ ਤੋਂ ਵੀ ਬਹੁਤ ਸਾਰੇ ਆਉਂਦੇ ਆ। ਇੱਥੇ ਆ ਕੇ ਉਹ ਡਾਕਟਰ ਬਣਨਾ ਚਾਹੁੰਦੇ ਆ, ਆਪਣਾ ਟੈਸਟ ਵੀ ਪਾਸ ਕਰ ਲੈਂਦੇ ਕਿਉਂਕਿ ਇਹਨਾਂ ਦੇ ਸਟੈਂਡਰਡਸ ਨੂੰ ਮੀਟ ਕਰਨਾ ਪੈਂਦਾ। ਉਹ ਟੈਸਟ ਪਾਸ ਕਰ ਲੈਂਦੇ, ਉਸ ਤੋਂ ਬਾਅਦ ਜਿਹੜੀ ਰੈਜ਼ੀਡੈਂਸੀ ਆ, ਭਾਵੇਂ ਇੱਥੇ ਆ ਕੇ ਉਹਨਾਂ ਨੇ ਸਾਲ 2 ਸਾਲ ਪਹਿਲਾਂ ਲਾਉਣੇ ਹੁੰਦੇ ਆ ਆਪਣੇ, ਉਹਦੇ ਤੋਂ ਬਾਅਦ ਉਹਨਾਂ ਨੂੰ ਪ੍ਰੈਕਟਿਸ ਕਰਨ ਦਿੱਤੀ ਜਾਂਦੀ। ਉਹ ਸਪੌਟ ਹੈ ਨਹੀਂ ਸਾਡੇ ਕੋਲ, ਤੇ ਉਹ ਨਾ ਹੋਣ ਕਰਕੇ ਜਿਹੜੇ ਇੰਡੀਆ ਤੋਂ ਡਾਕਟਰ ਵੀ ਬਣ ਕੇ ਇੱਥੇ ਆਏ ਉਹ ਟਰੱਕ ਚਲਾਉਣ ਲੱਗੇ ਹੋ ਆ, ਤੇ ਲੋਕ ਡਾਕਟਰਾਂ ਨੂੰ ਤਰਸ ਰਹੇ ਆ। ਇਸ ਵੇਲੇ ਹੁਣ ਇਹ ਜਿਹੜਾ ਪ੍ਰੋਗਰਾਮ ਇਹਨਾਂ ਨੇ ਨਵਾਂ ਲਿਆਂਦਾ ਆ, ਇਹਦੇ ਤਹਿਤ ਜਿਹੜੇ ਇੰਟਰਨੈਸ਼ਨਲੀ ਐਜੂਕੇਟਡ ਫੈਮਿਲੀ ਡਾਕਟਰਸ ਨੇ ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੈਕਟਿਸ ਕਰਨ ਦਾ ਲਾਇਸੈਂਸ ਦੇਣ ਲਈ ਪਿੰਡਾਂ ਤੇ ਸ਼ਹਿਰਾਂ ਦੀਆਂ ਕਮਿਊਨਿਟੀਜ਼ ਦੇ ਵਿੱਚ ਜਿਹੜਾ ਉਹ ਕਰ ਰਿਹਾ, ਜਿਹੜੀ ਪਲੇਸਮੈਂਟ ਆ ਉਹਦੇ ਲਈ ਉਹ ਯਤਨ ਕਰ ਰਹੇ ਆ। ਤੇ ਇਹ ਪ੍ਰੋਗਰਾਮ ਕਾਫੀ ਜ਼ਿਆਦਾ ਹੈਲਪਫੁਲ ਆ ਇਸ ਚੀਜ਼ ਦੇ ਵਿੱਚ। ਪੈਂਡੈਮਿਕ ਨੇ ਬਹੁਤ ਵੱਡੀ ਸਟ੍ਰੇਨ ਪਾਈ ਹੈ ਸਾਰੇ ਸਿਸਟਮ ਦੇ ਵਿੱਚ। ਫੈਮਿਲੀ ਡਾਕਟਰ ਦੇ ਲਈ ਬ੍ਰਿਟਿਸ਼ ਕੋਲੰਬੀਆ ਵਾਲੇ ਸਟਰਗਲ ਕਰ ਰਹੇ ਆ, ਤੇ ਹੁਣ ਇਹਦਾ ਹੱਲ ਜਿਹੜਾ ਦੱਸਿਆ ਗਿਆ ਸੀ ਉਹ ਇਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਜਿਹੜਾ ਬਾਹਰਲੇ ਜਿਹੜੇ ਡਾਕਟਰ ਨੇ ਉਹਨਾਂ ਦਾ ਪ੍ਰੋਸੈਸ ਤੇਜ਼ ਕੀਤਾ ਜਾਵੇ, ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਡਾਕਟਰ ਆ ਉਹ ਜਿਹੜੇ ਪ੍ਰੋਸੈਸ ਤੇਜ਼ ਕਰਨ ਦੇ ਨਾਲ ਜ਼ਿਆਦਾ ਡਾਕਟਰ ਇੱਥੇ ਆ ਸਕਦੇ। ਕਿਉਂਕਿ ਕੈਨੇਡਾ ਦੇ ਵਿੱਚ ਉਨੇ ਕੁ ਡਾਕਟਰ ਹੀ ਪੜ੍ਹਾਈ ਕਰਦੇ ਆ, ਉੱਥੇ ਮੈਡੀਕਲ ਸਕੂਲ ਦੀ ਸਟਰੈਂਥ ਵਧਾਉਣੀ ਵੀ, ਇੱਥੋਂ ਜ਼ਿਆਦਾ ਡਾਕਟਰ ਬਣ ਵੀ ਰਹੇ ਆ, ਪਰ ਫੈਮਿਲੀ ਫਿਜ਼ੀਸ਼ੀਅਨ ਨਹੀਂ ਬਣ ਰਹੇ। ਉਹਦੇ ਲਈ ਪਹਿਲਾਂ ਸਰਕਾਰ ਅਨਾਊਂਸ ਕਰ ਚੁੱਕੀ ਹੈ ਕਿ ਅਸੀਂ ਆਹ ਕਰ ਰਹੇ ਹਾਂ। ਵੱਡੇ ਯਤਨ ਜਿਹੜੇ ਕੀਤੇ ਜਾ ਰਹੇ ਆ। ਮਾਮਲਾ ਬਹੁਤ ਟੇਢਾ ਆ, ਪਰ ਫਿਰ ਵੀ ਇਹਦੇ ਉੱਤੇ ਲੱਗਦਾ ਹੈ ਕਿ ਸਰਕਾਰ ਇਸ ਵੇਲੇ ਕੁਛ ਨਾ ਕੁਛ ਕਰੂਗੀ। ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਇਹਨੂੰ ਪ੍ਰਾਈਵੇਟ ਕਰ ਦਿਓ ਸਾਰੇ ਹੈਲਥ ਕੇਅਰ ਸਿਸਟਮ ਨੂੰ, ਵੀ ਘੱਟੋ ਘੱਟ ਲੋਕਾਂ ਨੂੰ ਪੈਸੇ ਖਰਚ ਕੇ ਤਾਂ ਮਿਲ ਜੂਗਾ, ਡਾਕਟਰ ਤਾਂ ਮਿਲ ਜੂਗਾ। ਪਰ ਹੁਣ ਉਹ ਕਹਿੰਦੇ ਵੀ ਅਸੀਂ ਇਹਨੂੰ ਪ੍ਰਾਈਵੇਟਾਈਜ਼ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਬੈਟਰ ਹੈਲਥ ਕੇਅਰ ਸਿਸਟਮ ਆ ਸਾਡੇ ਕੋਲ, ਅਸੀਂ ਉਹਦੇ ਨਾਲ ਵੀ ਡਾਕਟਰ ਹੋਰ ਨਹੀਂ ਆਉਣੇ। ਸੋ ਜਿਹੜੀ ਇਹ ਨਵਾਂ ਪੇਮੈਂਟ ਮਾਡਲ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਫੈਮਿਲੀ ਡਾਕਟਰਸ ਦੇ ਲਈ 2023 ਦੇ ਵਿੱਚ ਲਾਂਚ ਕੀਤਾ ਗਿਆ ਸੀ। ਹੁਣ ਕਹਿ ਰਿਹਾ ਕਿ ਜਿਹੜੇ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਨੇ ਉਹ ਇੱਥੇ ਫੁਲੀ ਪ੍ਰੋਵਿੰਸ਼ੀਅਲੀ ਲਾਇਸੈਂਸਡ ਹੋਣਗੇ, ਤੇ ਉਹਨਾਂ ਨੂੰ ਇਹਦੇ ਨਾਲ ਕਾਫੀ ਜ਼ਿਆਦਾ ਫਾਇਦਾ ਮਿਲਣ ਦੀ ਆਸ ਹੈਗੀ ਆ। ਲੋਕ ਇਸ ਵੇਲੇ ਤੰਗ ਨੇ, ਪਰੇਸ਼ਾਨ ਨੇ। ਮਤਲਬ ਇੱਕ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਇਹ ਬਿਮਾਰੀ ਜਿਹੜੀ ਆ ਲਗਾਤਾਰ ਹੋਰ ਵੱਧਦੀ ਜਾ ਰਹੀ ਹੈ। ਥੋੜ੍ਹੇ ਸਾਲ ਪਹਿਲਾਂ 2003 ਦੇ ਵਿੱਚ, ਅੱਜ ਤੋਂ 3 ਲੱਖ ਜਿਹੜੇ ਲੋਕ ਸੀਗੇ BC ਦੇ ਵਿੱਚ, ਉਹਨਾਂ ਕੋਲ ਡਾਕਟਰ ਹੈ ਨਹੀਂ ਸੀ। ਫਿਰ 17 ਦੇ ਵਿੱਚ ਇਹ ਵੱਧਦੀ ਗਿਣਤੀ 9 ਲੱਖ ਦੇ ਉੱਤੇ ਪਹੁੰਚ ਗਈ, ਤੇ ਹੁਣ ਕਹਿੰਦੇ ਮਿਲੀਅਨ ਤੋਂ ਜ਼ਿਆਦਾ ਲੋਕ ਆ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਹੈ ਨਹੀਂ। ਤੇ ਜੇ ਹਾਲ ਇਹੀ ਰਹੀ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਇੱਕਦਮ ਡਾਕਟਰ ਰਿਟਾਇਰ ਹੋ ਜਾਣੇ ਆ, ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਲੋਕਾਂ ਦੀ ਹਾਲਤ ਕੀ ਹੋਣੀ ਹੈ। ਸੋ 2018-19 ਤੋਂ ਹੀ ਇਹਦੀਆਂ ਗੱਲਾਂ ਬਾਤਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ। ਉਹਨਾਂ ਨੇ ਰੌਲਾ ਰੱਪਾ ਪਾਉਣਾ ਸ਼ੁਰੂ ਕਰਤਾ ਸੀ, ਡਾਕਟਰਾਂ ਦੀ ਕਮੀ ਆਉਣੀ ਹੈ, ਬਹੁਤ ਵੱਡੀ ਹੋ ਸਕਦੀ ਹੈ, ਇਹਦਾ ਪਹਿਲਾਂ ਤੋਂ ਇੰਤਜ਼ਾਮ ਕੀਤਾ ਜਾਣਾ ਚਾਹੀਦਾ। ਪਰ ਸਰਕਾਰ ਇਸ ਵੇਲੇ ਲੱਗੀ ਹੈ, ਤੇ ਹੁਣ ਲੱਗਦਾ ਕਿ ਇਹਨਾਂ ਯਤਨਾਂ ਦੇ ਨਾਲ ਸਮਾਂ ਤਾਂ ਲੱਗੂਗਾ, ਪਰ ਇਸ ਸਮੱਸਿਆ ਦਾ ਪੱਕਾ ਹੱਲ ਜਿਹੜਾ ਜ਼ਰੂਰ ਹੋ ਜਾਊਗਾ। ਇਹ ਦੱਸਦੇ ਆ ਕਿ ਬਹੁਤ ਲੰਬੇ ਸਮੇਂ ਤੋਂ ਸਮੱਸਿਆ ਹੌਲੀ ਹੌਲੀ ਤੁਰੇ ਆਉਂਦੀ ਸੀ, ਜਿਹੜੀ ਇਸ ਵੇਲੇ ਇੱਥੇ ਤੱਕ ਆ ਗਈ ਆ ਵੀ ਇਹ ਉਸ ਟ੍ਰੇਨ ਵਾਂਗੂ ਆ ਜਿਹੜੀ ਬਹੁਤ ਲੰਬਾ ਸਮਾਂ ਕਈ ਦਹਾਕੇ ਪਹਿਲਾਂ ਚੱਲੀ ਸੀ, ਤੇ ਉਹਨੇ ਇਸ ਥਾਂ ਦੇ ਉੱਤੇ ਪਹੁੰਚਣਾ ਹੀ ਸੀ। ਹੁਣ ਡਾਕਟਰ ਰਿਟਾਇਰ ਹੋਣੇ ਸੀ ਤੇ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਸੀ, ਪਰ ਸਰਕਾਰ ਇਸ ਪਾਸੇ ਯਤਨ ਕਰ ਰਹੀ ਹੈ, ਤੇ ਲੱਗਦਾ ਹੁਣ BC ਦੇ ਵਿੱਚ ਘੱਟੋ ਘੱਟ ਇਸ ਸਮੱਸਿਆ ਦਾ ਹੱਲ ਆਉਣ ਵਾਲੇ ਸਾਲਾਂ ਦੇ ਵਿੱਚ ਜਲਦੀ ਹੋ ਜਾਏਗਾ। ਐਡਮਿੰਟਨ ਦੇ ਵਿੱਚ, ਅਲਬਰਟਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਾਫੀ ਹੁੰਦੀਆਂ, ਤੇ ਜਿਹੜੇ ਸਟੋਰ ਓਨਰ ਨੇ ਉਹ ਪਰੇਸ਼ਾਨ ਨੇ ਇਸ ਗੱਲ ਤੋਂ, ਖਾਸ ਕਰ ਹੁਣ ਜਦੋਂ ਅੱਗੇ ਸੀਜ਼ਨ ਆ ਜਿਹੜਾ ਕ੍ਰਿਸਮਸ ਦਾ ਸੀਜ਼ਨ ਤੇ ਹੌਲੀਡੇ ਸੀਜ਼ਨ ਨੇੜੇ ਆ। ਇੱਕ ਜਿਊਲਰੀ ਸ਼ਾਪ ਓਨਰ ਨੇ ਇਸ ਗੱਲ ਦੇ ਉੱਤੇ ਬਹੁਤ ਦੁੱਖ ਪ੍ਰਗਟ ਕੀਤਾ ਤੇ ਬਹੁਤ ਫਰਸਟ੍ਰੇਟਡ ਆ ਵੀ ਮੇਰੇ ਬਾਕੀ ਸਟੋਰਾਂ ਦੇ ਉੱਤੇ ਚੋਰੀਆਂ ਹੁੰਦੀਆਂ, ਤੇ ਮੈਂ ਲੋਕੇਸ਼ਨ ਬਦਲ ਲਈ ਵੀ ਚਲੋ ਇਸ ਥਾਂ ਦੇ ਉੱਤੇ ਚੋਰੀਆਂ ਹੁੰਦੀਆਂ, ਦੂਜੀ ਥਾਂ ਦੇ ਉੱਤੇ ਚਲੇ ਜਾਂਦੇ। ਹਾਲ ਉਹ ਕਹਿੰਦੇ ਉੱਥੇ ਵੀ ਇਹੀ ਰਿਹਾ। ਸੈਟਰਡੇ ਨੂੰ ਤੜਕੇ 6:15 ਵਜੇ ਇੱਕ ਬੰਦਾ ਜਿਹੜਾ ਆ ਉਹਦੇ ਹੱਥ ਦੇ ਵਿੱਚ ਉਹ ਹੈਮਰ ਆ, ਤੇ ਉਹਨੇ ਸ਼ੇਰਵੁੱਡ ਪਾਰਕ ਮਾਲ ਆ ਜਿਹੜਾ ਉਹਦੀ ਲੋਕੇਸ਼ਨ ਦੇ ਵਿੱਚ ਬੈਕ ਐਂਟੀਕ ਐਂਡ ਜਿਊਲਰੀ ਇਨਕੋਰਪੋਰੇਸ਼ਨ ਉਹ ਸਟੋਰ ਦਾ ਨਾਂ ਆ, ਸ਼ੇਰਵੁੱਡ ਪਾਰਕ ਮਾਲ ਦੇ ਵਿੱਚ ਜਾ ਕੇ ਤੇ ਉਹਨੇ ਸ਼ੀਸ਼ਾ ਤੋੜ ਕੇ ਉਹਦੇ ਅੰਦਰੋਂ ਸਮਾਨ ਚੋਰੀ ਕਰ ਲਿਆ। ਤੇ ਲੋਕ ਉਹ ਕਹਿੰਦੇ ਇੱਥੇ ਆਏ ਆ ਇਸ ਤਰੀਕੇ ਦੇ ਨਾਲ ਜਿਹੜਾ ਕ੍ਰਾਈਮ ਹੈ, ਇਸ ਤਰੀਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਵਿੱਚ ਵੀ ਕਿ ਇਸ ਤਰੀਕੇ ਦੇ ਨਾਲ ਜੋ ਕੁਛ ਹੋਇਆ ਕਿੱਧਰੋਂ ਬੰਦਾ ਗਿਆ। RCMP ਵਾਲੇ ਕਹਿੰਦੇ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ, ਪਰ ਜਿਹੜਾ ਉਹਦਾ ਡੈਮੇਜ ਹੋ ਗਿਆ, ਉਹਦੇ ਸ਼ੀਸ਼ੇ ਸਾਰੇ ਤੋੜ ਕੇ ਤੇ ਸਟੋਰ ਨੂੰ ਤੋੜ ਦਿੱਤਾ ਸਮਾਨ, ਤੇ ਉਹ ਕਹਿੰਦਾ ਜਿਹੜਾ ਸਾਡਾ ਗਿਆ ਹੀ ਗਿਆ ਆ, ਬਾਕੀ ਜਿਹੜਾ ਨੁਕਸਾਨ ਹੋ ਗਿਆ ਉਹਨੂੰ ਪੂਰਾ ਕਰਨ ਦੇ ਲਈ ਸਾਨੂੰ ਟਾਈਮ ਲੱਗੂਗਾ। ਡੈਮੇਜ ਜਿਹੜਾ ਜਿੰਨਾ ਉਹ ਕਹਿੰਦਾ ਇਹਦੇ ਨਾਲ ਹੋਇਆ ਆ ਇਹ ਜ਼ਿਆਦਾ ਕੋਸਟਲੀ ਆ ਜਿਹੜਾ ਸਮਾਨ ਚੱਕਿਆ ਉਹਦੇ ਨਾਲੋਂ ਵੀ। ਸਮਾਨ ਦੀ ਕੀਮਤ ਹੈਗੀ ਆ, ਪਰ ਜਿਹੜਾ ਉਹਨੇ ਦੁਕਾਨ ਤੋੜ ਕੇ ਉਹਦਾ
ਸਟੋਰ ਨੂੰ ਉਹਦਾ ਸ਼ੀਸ਼ਾ ਤੋੜ ਕੇ ਤੇ ਸਾਰਾ ਕੁਝ ਕੀਤਾ ਹੈ, ਉਹ ਜ਼ਿਆਦਾ ਵੱਡੀ ਗੱਲ ਆ। ਬਿਜ਼ਨਸ ਜਿਹੜੇ ਨੇ ਸਰਵੇਲੈਂਸ ਵੀਡੀਓ ਵੀ ਹੈਗੀ ਇੰਸੀਡੈਂਟ ਦੀ, ਪਰ ਉਹ ਹੁਣ ਜੇ ਮੂੰਹ ਢੱਕ ਕੇ ਆ ਜਾਊਗਾ ਤਾਂ ਫਿਰ ਉੱਥੇ ਕੀ ਪਛਾਣਿਆ ਜਾ ਸਕਦਾ। ਉਹ ਦੱਸਦੇ ਆ ਕਿ ਉਹ ਗਲਾਸ ਤੋੜ ਕੇ ਸਿਨੇਪਲੈਕਸ ਵਾਲੀ ਐਂਟਰੈਂਸ ਦੇ ਪਾਸਿਓਂ ਵਿੱਚ ਇਹਦੇ ਬਿਲਡਿੰਗ ਦੇ ਵਿੱਚ ਅੰਦਰ ਹੋਇਆ ਤੇ ਅੰਦਰ ਜਾ ਕੇ ਉਹਨੇ ਡਿਸਪਲੇ ਵਿੰਡੋ ਸੀਗੀ ਜਿਹੜੀ ਉਹਨੂੰ ਸਮੈਸ਼ ਕੀਤਾ। ਜਿਹੜਾ ਜੋ ਕੁਛ ਉੱਥੇ ਦਿਸਦਾ ਸੀ, ਜਿਊਲਰੀ, ਕੋਇਨਸ, ਐਂਟੀਕ, ਬਿਲ ਕਲੈਕਸ਼ਨ, ਕਿੰਨਾ ਕੁਛ ਉਹਦੇ ਕੋਲ ਜਿਹੜੀਆਂ ਬਹੁਤ ਸਾਰੀਆਂ ਇੰਨੀਆਂ ਚੀਜ਼ਾਂ ਸੀ ਜਿਹੜੀਆਂ ਕਿਤੇ ਮਿਲਦੀਆਂ ਵੀ ਨਹੀਂ ਆ। ਉਹ ਕਹਿੰਦਾ ਸਟੋਰ ਉਹਦੇ ਕਈ ਸਟੋਰ ਆ ਤੇ ਉਹ ਕਈ ਚੋਰ ਜਿਹੜੇ ਟਾਰਗੇਟ ਕਰ ਰਹੇ ਆ। ਉਹਨੂੰ ਉਹ ਕਹਿੰਦਾ ਰੀਲੋਕੇਟ ਕੀਤਾ ਸ਼ੇਰਵੁੱਡ ਪਾਰਕ ਮਾਲ ਦੇ ਵਿੱਚ 5 ਮਹੀਨੇ ਪਹਿਲਾਂ, ਵੀ ਇਹ ਸ਼ੇਰਵੁੱਡ ਪਾਰਕ ਵਾਲਾ ਜਿਹੜਾ ਮਾਲ ਆ ਇਹ ਸੇਫ ਆ ਬਾਕੀ ਥਾਵਾਂ ਨਾਲ। ਤੇ ਉਹ ਕਹਿੰਦਾ ਜਦੋਂ ਮੈਂ ਇੱਥੇ ਆਇਆ ਤੇ ਇੱਥੇ ਵੀ 5 ਮਹੀਨੇ ਬਾਅਦ ਵੀ ਉਹੀ ਕੁਛ ਹੋ ਗਿਆ। ਉਹ ਕਹਿੰਦੇ ਅਸੀਂ ਸਾਰਾ ਕੁਛ ਕੀਤਾ ਜੋ ਕੁਛ ਕਰ ਸਕਦੇ ਆ ਇਹ ਰੋਬਰੀ ਤੋਂ ਬਚਣ ਦੇ ਲਈ, ਪਰ ਜਿਹੜੇ ਉਹ ਸਾਰਾ ਜਿੰਨੇ ਵੀ ਸਿਸਟਮ ਸਿਕਿਉਰਿਟੀ ਦੇ ਲੱਗੇ ਹੁੰਦੇ ਵੀ ਚੋਰ ਆਉਂਦੇ ਆ ਤੇ ਮਿੰਟਾਂ ਦੇ ਵਿੱਚ ਤੋੜ ਕੇ ਬਾਹਰ ਚਲੇ ਜਾਂਦੇ ਆ। ਤੇ ਇਹਦਾ ਕੋਈ ਨਾ ਕੋਈ, ਉਹ ਕਹਿੰਦੇ ਸਟੋਰ ਸਾਡਾ ਹਜੇ ਵੀ ਖੁੱਲ੍ਹਾ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਬਿਜ਼ਨਸ ਦਾ ਪੂਰਾ ਸਮਾਂ ਆ, ਅਸੀਂ ਉਹ ਕਹਿੰਦੇ ਲੜ ਰਹੇ ਹਾਂ ਇਹ ਸਾਰੇ ਕੁਛ ਦੇ ਨਾਲ ਤੇ ਇੱਕ ਚੰਗੀ ਕ੍ਰਿਸਮਸ ਦੀ ਆਸ ਰੱਖਦੇ ਹਾਂ। ਪਰ ਲੋਕ ਪਰੇਸ਼ਾਨ ਨੇ ਐਡਮਿੰਟਨ ਦੇ ਵਿੱਚ, ਖਾਸ ਕਰਕੇ ਲੋਕ ਜਦੋਂ ਥਾਂ ਬਦਲ ਲੈਂਦੇ, ਥਾਂ ਬਦਲ ਤੋਂ ਬਾਅਦ ਵੀ ਚੋਰੀ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰਿੰਸ ਜਾਰਜ ਦੀ ਇੱਕ ਘਟਨਾ, ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਉਸ ਵਿਅਕਤੀ ਦੀ ਮਾਤਾ ਜਿਹੜੀ ਆ ਉਹ ਹੁਣ ਕਹਿ ਰਹੀ ਹੈ ਕਿ ਇਹਨੂੰ ਸਿਰਫ ਹੋਮਲੈਸ ਇਸ਼ੂ ਨਾ ਮੰਨਿਆ ਜਾਵੇ। ਇੱਕ ਵਿਅਕਤੀ ਜੇਲ੍ਹ ਦੇ ਵਿੱਚ ਹੈ, ਜੇਲ੍ਹ ਦੇ ਵਿੱਚੋਂ ਛੁੱਟ ਕੇ ਬਾਹਰ ਆਉਂਦਾ ਤੇ ਕੁਝ ਘੰਟਿਆਂ ਦੇ ਬਾਅਦ ਹੀ ਉਹਦੀ ਮੌਤ ਹੋ ਜਾਂਦੀ ਹੈ। ਹੁਣ ਨੰਬਰ ਦੇ ਹਿਸਾਬ ਨਾਲ ਤੇ ਖਬਰ ਦੇ ਹਿਸਾਬ ਨਾਲ ਤਾਂ ਇਹੀ ਹੈ ਵੀ ਇੱਕ ਹੋਮਲੈਸ ਸੀਗਾ ਜਿਹਦਾ ਘਰ ਘੱਟ ਕੋਈ ਨਹੀਂ ਸੀ, ਉਹਦੀ ਮੌਤ ਹੋ ਗਈ ਤੇ ਖਬਰ ਆਈ ਗਈ ਹੋ ਜਾਂਦੀ। ਪਰ ਉਹਦੀ ਪ੍ਰਿੰਸ ਜਾਰਜ ਦੇ ਵਿੱਚ ਰਹਿੰਦੀ ਮਾਤਾ ਇਹ ਕਹਿ ਰਹੀ ਆ, ਮੈਰੀ ਮੈਕਡੋਨਲਡ ਉਹਦਾ ਨਾਂ ਆ ਔਰਤ ਦਾ, ਉਹ ਕਹਿੰਦੀ ਵੀ ਮੇਰੇ ਪੁੱਤ ਨੂੰ ਸਿਰਫ ਇੱਕ ਨੰਬਰ ਨਾ ਸਮਝਿਆ ਜਾਵੇ, ਕਿ ਸਿਰਫ ਇਹ ਸਟੈਟ ਨਹੀਂ ਹੈ ਕਿ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ, ਇਹਦੇ ਪਿੱਛੇ ਬਹੁਤ ਕੁਛ ਪਿਆ ਆ। ਲਿਊਕ ਲੈਂਡਰੀ 35 ਸਾਲ ਉਹਦੀ ਉਮਰ ਸੀ, ਪਬਲਿਕ ਵਾਸ਼ਰੂਮ ਮਨਕਟਨ ਸਿਟੀ ਹਾਲ ਦੇ ਵਿੱਚ ਫਰੰਟਲਾਈਨ ਵਰਕਰਸ ਨੇ ਉਹਨੂੰ ਮਰਿਆ ਪਿਆ ਉੱਥੇ ਪਾਇਆ ਤੇ ਮਤਲਬ ਉਹਦੇ ਕੋਲ ਸ਼ੈਲਟਰ ਬੈੱਡ ਵੀ ਨਹੀਂ ਸੀ। ਐਮਰਜੈਂਸੀ ਵਰਕਰਸ ਉੱਥੇ ਗਏ, ਡਿਪਾਰਟਮੈਂਟ ਆਫ ਸੋਸ਼ਲ ਡਿਵੈਲਪਮੈਂਟ, ਤੇ ਉਹ ਕਹਿੰਦੇ ਨਵੀਂ ਪਾਲਿਸੀ ਸਾਨੂੰ ਅਲਾਓ ਨਹੀਂ ਕਰਦੀ ਕਿ ਕਿਸੇ ਜਿਹੜਾ ਇਸ ਤਰ੍ਹਾਂ ਐਮਰਜੈਂਸੀ ਦੇ ਵਿੱਚ ਲੈ ਕੇ ਜਾਣਾ। ਉਹਦੀ ਮਾਤਾ ਕਹਿੰਦੀ ਕਿ ਜਦੋਂ ਮੇਰੇ ਕੋਲ ਮੀਡੀਆ ਦੀ ਪਹਿਲੀ ਇਨਫੋਰਮੇਸ਼ਨ ਆਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹੋਮਲੈਸ ਮੈਨ ਡੈਡ ਇਨ ਫਰੰਟ ਆਫ ਸਿਟੀ, ਕਿ ਇਹ ਸਿਰਫ ਇੱਕ ਖਬਰ ਬਣ ਗਈ ਆ। ਉਹ ਕਹਿੰਦੀ ਵੀ ਨਹੀਂ, ਉਹ ਇਸ ਤਰ੍ਹਾਂ ਨਹੀਂ ਹੋ ਸਕਦਾ, ਉਹ ਸਾਡਾ ਪੁੱਤ ਸੀਗਾ। ਵੀ ਘੱਟੋ ਘੱਟ ਕਾਰਨ ਤਾਂ ਲੱਭੋ ਜਿਹੜੇ ਕਾਰਨਾਂ ਕਰਕੇ ਉਹਦੀ ਮੌਤ ਹੋਈ ਹੈ, ਕਿ ਇੱਕ ਹੋਮਲੈਸ ਪਰਸਨ ਤੋਂ ਜ਼ਿਆਦਾ ਅਗਲੀ ਗੱਲਬਾਤ ਹੈ। ਤੁਹਾਨੂੰ ਪਤਾ ਹੋਮਲੈਸਨੈਸ ਇੱਕ ਬਹੁਤ ਵੱਡਾ ਇਸ਼ੂ ਆ ਸਾਡੇ ਕੈਨੇਡਾ ਦੇ ਵਿੱਚ ਤੇ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਉਹ ਕਹਿੰਦੇ ਵਿਆਹਿਆ ਸੀ, 2 ਇਹਦੇ ਬੱਚੀਆਂ ਆ ਤੇ ਉਹ ਮਤਲਬ ਉਹ ਔਰਤ ਨਾਲੇ ਰੋ ਰਹੀ ਆ। ਉਹ ਕਹਿੰਦੀ ਵੀ ਉਹ ਇੱਕ ਪੁੱਤ ਵੀ ਸੀਗਾ, ਉਹ ਇੱਕ ਭਰਾ ਵੀ ਸੀਗਾ, ਉਹ ਇੱਕ ਅੰਕਲ ਵੀ ਸੀਗਾ, ਉਹ ਇੱਕ ਕਜ਼ਨ ਵੀ ਸੀਗਾ, ਉਹ ਇੱਕ ਪੂਰੇ ਪਰਿਵਾਰ ਦਾ ਮੈਂਬਰ ਸੀਗਾ ਤੇ ਤੁਸੀਂ ਉਹਨੂੰ ਸਿਰਫ ਇਹ ਕਹੀ ਜਾਂਦੇ ਕਿ ਇੱਕ ਹੋਰ ਹੋਮਲੈਸ ਦੀ ਮੌਤ ਹੋ ਗਈ। ਉਹ ਕਹਿੰਦੇ ਉਹ ਧਰਮ ਕ੍ਰਿਸਚਨ ਸੀਗਾ, ਰੱਬ ਦੇ ਵਿੱਚ ਯਕੀਨ ਕਰਦਾ ਸੀ, ਰੈਪਰ ਸੀ, ਇੱਕ ਜਿਹੜਾ ਮਿਊਜ਼ਿਕ ਸੀ ਉਹ ਕਰਦਾ ਸੀਗਾ। ਤੇ ਜਦੋਂ ਕਈ ਦਹਾਕੇ ਉਹ ਕਹਿੰਦੇ ਸੈਪਰੇਟ ਰਹੇ ਆਪਣੇ ਪਾਰਟਨਰ ਦੇ ਨਾਲੋਂ, ਤੇ ਹੁਣ ਜਦੋਂ ਉਹ ਪ੍ਰੋਵਿੰਸ਼ੀਅਲ ਜੇਲ੍ਹ ਦੇ ਵਿੱਚੋਂ ਪਿਛਲੇ ਸੋਮਵਾਰ ਰਿਲੀਜ਼ ਹੋਇਆ ਤੇ ਉਹਦੇ ਤੋਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਉਹ ਹੁਣ ਉਹ ਵਲਨਰੇਬਲ ਸੀ ਕਾਫੀ। ਜਿਹੜਾ ਬੰਦਾ ਜੇਲ੍ਹ ਦੇ ਵਿੱਚ ਆ, ਘਰ ਘਾਟ ਉਹਦਾ ਹੈ ਨਹੀਂ, ਉਹ ਜਦੋਂ ਬਾਹਰ ਆਇਆ ਤੇ ਉਹ ਕੁਦਰਤੀ ਆ ਵੀ ਖਤਰੇ ਦੇ ਵਿੱਚ ਆ ਤੇ ਹੁਣ ਉਹਦੀ ਸੰਭਾਲ ਕੇ ਇਹਨੂੰ ਕਰਨੀ ਚਾਹੀਦੀ ਹੈ। ਉਹਦੇ ਕੋਲੇ ਕੋਈ ਵਾਧੂ ਕੱਪੜੇ ਨਹੀਂ ਸੀਗੇ। ਉਹ ਕਹਿੰਦੀ ਵੀ ਮੈਂ ਉਹਨੂੰ $100 ਭੇਜਿਆ ਸੀ ਤੇ ਪੁਲਿਸ ਜਿਹੜੀ ਕਹਿ ਰਹੀ ਆ ਕਿ ਮਤਲਬ ਉਹਨੂੰ ਕਿਹਾ ਵੀ ਤੂੰ ਕੁਛ ਜਿਹੜਾ ਆਪਣੇ ਕੱਪੜੇ ਇਹਦੇ ਨਾਲ ਖਰੀਦ ਲਾ, ਤੇ ਵੀ ਘੱਟੋ ਘੱਟ ਜਿਹੜੇ ਜੇਲ੍ਹ ਦੇ ਅਧਿਕਾਰੀ ਨੇ ਜਾਂ ਪੁਲਿਸ ਆ, ਘੱਟੋ ਘੱਟ ਉਹਨਾਂ ਨੂੰ ਇਹ ਤਾਂ ਦੇਖਣਾ ਚਾਹੀਦਾ ਵੀ ਇਹ ਬੰਦਾ ਕਿੱਥੇ ਜਾ ਰਿਹਾ, ਇਹਦੇ ਕੋਲੇ ਸ਼ੈਲਟਰ ਹੈਗਾ ਜਾਂ ਹਾਲਾਂਕਿ ਉਹਨਾਂ ਦੀ ਡਿਊਟੀ ਨਹੀਂ ਹੈ ਇਹ, ਜਾਂ ਇਹਦੇ ਕੋਲੇ ਕੱਪੜੇ ਹੈਗੇ ਆ ਤੇ ਫਿਰ ਹੀ ਉਹਨੂੰ ਛੱਡ ਕੇ ਕਿਤੇ ਨਾ ਕਿਤੇ ਪਹੁੰਚਾਇਆ ਜਾਣਾ ਚਾਹੀਦਾ। ਨਹੀਂ ਤਾਂ ਇਹ ਉਹ ਔਰਤ ਸਿੱਧਾ ਕਹਿ ਰਹੀ ਹੈ ਕਿ ਸਾਰੇ ਕੁਛ ਦੇ ਲਈ ਸਿਸਟਮ ਜ਼ਿੰਮੇਵਾਰ ਆ, ਕਿ ਮੇਰੇ ਬੱਚੇ ਨੂੰ ਡਰੱਗੀ ਜਿਹੜਾ ਇਸ ਕਿਸਮ ਦੇ ਨਾਲ ਡਰੱਗਸ ਦੇ ਵਿੱਚ ਜਾਂ ਉਹਨੂੰ ਹੋਮਲੈਸਨੈਸ ਦੇ ਥਾਂ ਦੇ ਉੱਤੇ ਉਹਦੀ ਮਾਨਸਿਕ ਸਥਿਤੀ ਦੇ ਵਿੱਚ ਪਹੁੰਚਾਇਆ ਕਿਹਨੇ ਆ। ਤੇ ਫਿਰ ਜੇਲ੍ਹ ਦੇ ਵਿੱਚੋਂ ਜਾਂਦਾ ਤੇ ਜੇਲ੍ਹ ਦੇ ਵਿੱਚੋਂ ਉਹਨੂੰ ਛੱਡਿਆ ਜਿਸ ਤਰੀਕੇ ਦੇ ਨਾਲ ਜਾਂਦਾ ਤੇ ਉਹਨੂੰ ਇਹ ਵੀ ਨਹੀਂ ਕੇਅਰ ਕੀਤੀ ਜਾਂਦੀ ਵੀ ਇਹਦੇ ਕੋਲ ਕੀ ਹੈਗਾ ਤੇ ਕੀ ਨਹੀਂ ਹੈਗਾ। ਮਾਤਾ ਉਹਦੀ ਇਸ ਗੱਲ ਤੋਂ ਪਰੇਸ਼ਾਨ ਆ। ਖਬਰ ਇਹੀ ਆ ਕਿ ਇੱਕ ਵਿਅਕਤੀ ਦੀ ਜਿਹੜਾ ਹੋਮਲੈਸ ਸੀਗਾ, ਜਿਹਦਾ ਕੋਈ ਘਰ ਘਾਟ ਨਹੀਂ ਸੀ, ਉਹਦੀ ਠੰਡ ਦੇ ਵਿੱਚ ਮੌਤ ਹੋ ਗਈ ਹੈ। ਪਰ ਉਹਦੀ ਮਾਤਾ ਕਹਿ ਰਹੀ ਹੈ ਕਿ ਇਹ ਸਮੱਸਿਆ ਏਡੀ ਨਹੀਂ ਆ, ਇਹ ਸਮੱਸਿਆ ਇਹ ਤੋਂ ਵੱਡੀ ਆ। ਕਿਹੜਾ ਪ੍ਰਬੰਧ, ਕਿਹੜਾ ਸਿਸਟਮ ਉਹਨੂੰ ਇੱਥੇ ਤੱਕ ਲੈ ਕੇ ਗਿਆ ਤੇ ਜਿਹਨੇ ਉਹਦਾ ਬਚਾਅ ਨਹੀਂ ਕੀਤਾ, ਉਸ ਸਮੱਸਿਆ ਨੂੰ ਜਿੰਨਾ ਚਿਰ ਐਡਰੈਸ ਨਹੀਂ ਕੀਤਾ ਜਾਂਦਾ ਤਾਂ ਹੋਰ ਵੀ ਇੱਦਾਂ ਦੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ। ਹੋਮਲੈਸਨੈਸ ਦੀ ਜਿਹੜੀ ਸਮੱਸਿਆ ਉਹਦੇ ਉੱਤੇ ਇੱਕ ਵਾਰੀ ਫੇਰ
ਬਹੁਤ ਸਾਰੇ ਸਵਾਲ ਖੜੇ ਹੋਣ ਲੱਗ ਪਏ ਨੇ ਕਿ ਇਹਦਾ ਅਸਲ ਦੇ ਵਿੱਚ ਪਰਮਾਨੈਂਟ ਹੱਲ ਕੀ ਹੋ ਸਕਦਾ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਆ। ਜਿਹੜਾ ਵਿਅਕਤੀ ਇਸ ਥਾਂ ਦੇ ਉੱਤੇ ਜਾਂਦਾ ਉਹ ਜ਼ਿੰਮੇਵਾਰ ਆ ਜਾਂ ਕਿਤੇ ਨਾ ਕਿਤੇ ਸਾਡਾ ਜਿਹੜਾ ਸਪੋਰਟ ਸਿਸਟਮ ਆ ਉਹਦੇ ਵਿੱਚ ਕੋਈ ਘਾਟ ਆ ਜਿਹੜੀ ਉਹਨੂੰ ਮਦਦ ਪੂਰੀ ਨਹੀਂ ਕਰਦੀ। ਕੋਵਿਡ ਦੇ ਬਾਰੇ ਇੱਕ ਹੋਰ ਖਬਰ ਆ ਕਿ ਅਮਰੀਕਾ ਦੇ ਵਿੱਚ ਅਜੇ ਵੀ 300 ਲੋਕਾਂ ਦੀ ਮੌਤ ਕੋਵਿਡ ਦੇ ਨਾਲ ਹੋ ਰਹੀ ਆ। ਕਰੋਨਾ ਵਾਇਰਸ ਜਿਹੜੀ ਪੈਂਡੈਮਿਕ ਆ ਓਵਰ ਹੋ ਚੁੱਕੀ ਆ ਤੇ ਗੱਲਬਾਤ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆ। ਹੁਣ ਦੱਸਿਆ ਇਹ ਜਾ ਰਿਹਾ ਕਿ ਲੋਕਾਂ ਦੀ ਮੌਤ ਇਹਦੇ ਨਾਲ ਅਜੇ ਵੀ ਜਾਰੀ ਆ। ਹੁਣ ਮੌਤ ਕਿਹਨਾਂ ਦੀ ਹੋ ਰਹੀ ਆ? ਇਹਨਾਂ ਦੇ ਵਿੱਚੋਂ ਮੌਤ ਕਹਿੰਦੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜ਼ਿਆਦਾ ਹੋ ਰਹੀ ਆ ਤੇ ਹੋ ਕਰੋਨਾ ਕਰਕੇ ਰਹੀ ਆ। ਜਿਹੜੇ 80ਵਿਆਂ 'ਚ 60ਵਿਆਂ 'ਚ 70ਵਿਆਂ 'ਚ 90ਵਿਆਂ 'ਚ ਜਿਹੜੇ ਲੋਕ ਨੇ ਜਿਹੜੇ ਇਸ ਕਿਸਮ ਦੇ ਨੇ ਉਹਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਕੇਸ ਸਾਹਮਣੇ ਆ ਰਹੇ ਆ। ਜ਼ਿਆਦਾ ਲੋਕ ਜਿਨ੍ਹਾਂ ਦੀ ਮਤਲਬ 300 ਬੰਦਾ ਅੱਜ ਦੇ ਦਿਨ ਵੀ ਰੋਜ਼ ਅਮਰੀਕਾ ਦੇ ਵਿੱਚ ਕੋਵਿਡ ਦੇ ਨਾਲ ਮਰ ਰਿਹਾ। 300 ਡੈਥਸ ਡੇਲੀ। ਜ਼ਿਆਦਾ ਜਿਹੜੇ ਨੇ 65 ਸਾਲ ਤੋਂ ਉੱਪਰ ਉਮਰ ਵਾਲੇ ਨੇ। ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਡਾਟਾ ਦੱਸ ਰਿਹਾ ਆ ਕਿ ਇਹ ਮੌਤ ਜਿਹੜੀ ਪੀਕ ਸੀਗੀ ਡੈਲਟਾ ਵੇਵ ਦੇ ਵਿੱਚ ਜਦੋਂ 2000 ਤੱਕ ਜਿਹੜੀ ਡੇਲੀ ਟੋਲ ਸੀਗਾ ਉਹਦੇ ਤੋਂ ਥੱਲੇ ਤਾਂ ਹੈਗੀ ਆ, ਪਰ ਅਜੇ ਵੀ ਇਹ ਆਮ ਨਾਲੋਂ ਜਿਹੜੇ ਫਲੂ ਦੇ ਨਾਲ ਮੌਤਾਂ ਤਾਂ ਹਰ ਸਾਲ ਹੀ ਹੁੰਦੀਆਂ, ਉਹਦੇ ਨਾਲੋਂ ਆਮ ਨਾਲੋਂ ਅਜੇ ਵੀ 2-3 ਗੁਣਾ ਜ਼ਿਆਦਾ ਆ। ਤੇ ਇਹਨੂੰ ਹੁਣ ਜਾਂ ਤਾਂ ਉਹ ਕਹਿੰਦੇ ਵੀ ਅਸੀਂ ਐਕਸੈਪਟੇਬਲ ਬਣਾ ਲਿਆ ਆ ਵੀ ਇਹ ਠੀਕ ਆ। ਜਿਹੜੇ ਬਜ਼ੁਰਗ ਨੇ ਇਹਦੇ ਨਾਲ ਕ੍ਰਾਈਸਿਸ ਦੇ ਵਿੱਚ ਵੀ ਬਹੁਤ ਜ਼ਿਆਦਾ ਰਹੇ ਆ। ਜਦੋਂ ਪਹਿਲਾਂ ਵੀ ਕਰੋਨਾ ਸਿਖਰ ਦੇ ਉੱਤੇ ਸੀਗਾ ਉਦੋਂ ਵੀ ਜ਼ਿਆਦਾ ਇਹੀ ਸੀਗੀ। 10 ਮੌਤਾਂ ਜਿਹੜੀਆਂ ਹੋ ਰਹੀਆਂ ਉਹਨਾਂ ਦੇ ਵਿੱਚੋਂ 9 65 ਸਾਲ ਤੋਂ ਜ਼ਿਆਦਾ ਨੇ। ਹਾਈਐਸਟ ਰੇਟ ਐਵਰ ਜਿਹੜੀ ਵਾਸ਼ਿੰਗਟਨ ਪੋਸਟ ਦੀ ਇੱਕ ਨਿਊਜ਼ ਆ ਉਹ ਦੱਸ ਰਹੀ ਆ, ਜਿਹਦੇ ਵਿੱਚ ਉਹਨਾਂ ਨੇ CDC ਦੇ ਡਾਟਾ ਨੂੰ ਐਨਾਲਾਈਜ਼ ਕੀਤਾ ਆ। ਮਤਲਬ 10 ਮਰਨ ਵਾਲਿਆਂ ਦੇ ਵਿੱਚੋਂ 9 ਦੀ ਉਮਰ 65 ਸਾਲ ਤੋਂ ਜ਼ਿਆਦਾ ਆ। ਕੁਝ ਜਿਹੜੇ ਐਪੀਡੈਮੋਲੋਜਿਸਟ ਨੇ ਜਾਂ ਜਿਹੜੇ ਡੈਮੋਗ੍ਰਾਫਰ ਨੇ ਉਹ ਪ੍ਰੈਡਿਕਟ ਕਰ ਰਹੇ ਆ ਕਿ ਇਹ ਹਾਲਤ ਜਿਹੜੀ ਆ ਕਾਫੀ ਜ਼ਿਆਦਾ ਆ ਔਰ ਪ੍ਰਪੋਰਸ਼ਨੇਟ ਆ। ਇਹ ਮਤਲਬ ਠੀਕ ਨਹੀਂ। ਔਰ ਸਵਾਲ ਬਹੁਤ ਵੱਡਾ ਉੱਠ ਰਿਹਾ ਅਮਰੀਕਨਸ ਦੇ ਉੱਤੇ ਕਿ ਕੀ ਅਸੀਂ ਨਾਰਮਲਸੀ ਵੱਲ ਜਾ ਰਹੇ ਹਾਂ ਜਾਂ ਸਿਚੁਏਸ਼ਨ ਹੋਰ ਪਾਸੇ ਜਾ ਰਹੀ ਹੈ, ਕਿ ਜਾਂ ਉਹਨਾਂ ਦੀ ਮੌਤ ਨੂੰ ਗਿਣਿਆ ਹੀ ਨਹੀਂ ਜਾ ਰਿਹਾ। ਮਤਲਬ ਦੂਜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ ਉਹਨਾਂ ਦੇ ਵਿੱਚ ਉਹ ਤਾਂ ਹੈਗੀਆਂ ਹੀ ਨੇ, ਪਰ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਜਾਂ ਘੱਟੋ ਘੱਟ ਇਹਦੀ ਗੱਲ ਹੀ ਸਾਹਮਣੇ ਕਿਉਂ ਨਹੀਂ ਆ ਰਹੀ ਕਿ ਜਦੋਂ ਇਕੋਨਮੀ ਓਪਨ ਹੋ ਗਈ ਆ ਅਜੇ ਵੀ ਅਸੀਂ ਜ਼ਿਆਦਾ ਜਿਹੜੀ ਇਸ ਹੈਲਥ ਕੇਅਰ ਸਿਸਟਮ ਵਾਲੇ ਪਾਸੇ ਦੇਖ ਰਹੇ ਹਾਂ ਤਾਂ ਇੱਥੇ ਤੱਕ ਇਹ ਕਿਉਂ ਜਾ ਰਹੇ ਆ। ਹੁਣ ਇਹ ਏਜਿਜ਼ਮ ਆ, ਉਮਰ ਜ਼ਿਆਦਾ ਆ ਜਾਂ ਕੋਈ ਹੋਰ ਕਾਰਨ ਆ, ਪਰ ਘੱਟੋ ਘੱਟ ਇੱਕ ਨੰਬਰ ਬਹੁਤ ਵੱਡਾ ਆ। ਇਹਦੇ ਬਾਰੇ ਹੁਣ ਜਿਹੜੇ ਪ੍ਰੋਫੈਸ਼ਨਲਸ ਨੇ, ਲੋਕ ਨੇ, ਉਹ ਵੀ ਚਿੰਤਤ ਨੇ, ਗੱਲਬਾਤ ਵੀ ਕਰ ਰਹੇ ਆ ਕਿ ਘੱਟੋ ਘੱਟ ਇਹਦੇ ਬਾਰੇ ਕੁਛ ਨਾ ਕੁਛ ਹੋਰ ਕੀਤਾ ਜਾਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਇਸ ਕੋਵਿਡ ਨੂੰ ਜਿਹੜਾ ਖਤਮ ਕੀਤਾ ਆ ਜਾਂ ਇਹਦੇ ਉੱਤੇ ਜਿੱਤ ਪਾਈ ਆ, ਜਿਹੜੇ ਅਜੇ ਤੱਕ ਬਹੁਤ ਸਾਰੇ ਲੋਕ ਇਹਦੇ ਵਿੱਚੋਂ ਲੰਘ ਰਹੇ ਆ ਉਹਨੂੰ ਵੀ ਜਿਹੜਾ ਦੇਖਿਆ ਜਾਣਾ ਚਾਹੀਦਾ। ਸੋ ਮਤਲਬ ਇਹ ਆ ਕਿ ਕਰੋਨਾ ਵਾਇਰਸ ਤੀਜੇ ਨੰਬਰ ਦੇ ਉੱਤੇ ਆ ਹਜੇ ਵੀ ਮੌਤ ਦੇ ਕਾਰਨਾਂ ਦੇ ਵਿੱਚੋਂ। ਮਤਲਬ ਪਹਿਲੇ ਨੰਬਰ 'ਤੇ ਜਿਹੜੀਆਂ ਇਹ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਇਹ 2 ਵੱਡੇ ਕੌਜ਼ ਨੇ, ਅਤੇ ਤੀਜੇ ਨੰਬਰ ਦੇ ਉੱਤੇ ਇਹ ਆ। ਸੋ ਇਹ ਮਤਲਬ ਜਿਹੜਾ ਕਿੱਡਾ ਵੱਡਾ ਨੰਬਰ ਆ ਇਹ ਜਿਹਦੇ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਨੇ ਔਰ ਵੱਖ-ਵੱਖ ਜਿਹੜੀਆਂ ਬਿਮਾਰੀਆਂ ਦੇ ਨਾਲ ਤੁਸੀਂ ਦੇਖ ਲਓ ਵੀ ਅਜੇ ਵੀ 300 ਮੌਤਾਂ 'ਤੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ 6 ਲੱਖ ਬੰਦਾ ਇਹਦੇ ਨਾਲ, ਫਿਰ ਐਕਸੀਡੈਂਟ ਦੇ ਨਾਲ 1,70,000 ਬੰਦਾ, ਸਟ੍ਰੋਕ ਦੇ ਨਾਲ 1.5 ਲੱਖ ਬੰਦਾ, ਐਲਜ਼ਾਈਮਰ ਦੇ ਨਾਲ 1,20,000 ਬੰਦਾ, ਫਲੂ ਜਾਂ ਜਿਹੜਾ ਇੱਦਾਂ ਦੀਆਂ ਚੀਜ਼ਾਂ ਆ ਉਹਦੇ ਨਾਲ ਜਿਹੜਾ 12 ਤੋਂ 50,000 ਮੌਤਾਂ। 300 ਮੌਤ ਰੋਜ਼ ਕੋਵਿਡ ਦੇ ਨਾਲ ਹੋਣੀ, ਲੋਕ ਕਹਿ ਰਹੇ ਵੀ ਇਹ ਗੱਲ ਠੀਕ ਨਹੀਂ ਹੈ। ਇਹਦਾ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰ ਹੋਣਾ ਚਾਹੀਦਾ ਜਾਂ ਲੋਕਾਂ ਦੇ ਕੋਲ ਇਹਦਾ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਹੋਣਾ ਚਾਹੀਦਾ ਵੀ ਜੇ ਇਸ ਤਰੀਕੇ ਨਾਲ ਹੋ ਰਿਹਾ ਤਾਂ ਇਹਦਾ ਹੱਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ, ਹੋਰ ਬੂਸਟਰ ਡੋਜ਼ਸ ਹੋਣਗੀਆਂ ਜਾਂ ਕਿਸ ਕਿਸਮ ਨਾਲ ਇਹਦਾ ਹੱਲ ਹੋ ਸਕਦਾ। 2 ਹਫ਼ਤੇ ਪਹਿਲਾਂ ਰਿਪੋਰਟ ਆਈ ਸੀ ਜਿਹਦੇ ਵਿੱਚ ਦੁਨੀਆ ਦੇ ਜਿਹੜੇ ਸਭ ਤੋਂ ਚੰਗੇ ਸ਼ਹਿਰ ਹੁੰਦੇ ਉਹ ਸਾਹਮਣੇ ਆਉਂਦੇ ਆ ਅਤੇ ਪਹਿਲੇ ਟੌਪ 100 ਦੀ ਲਿਸਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਵੈਨਕੂਵਰ 69ਵੇਂ ਨੰਬਰ 'ਤੇ ਆ, 69th ਬੈਸਟ ਸਿਟੀ ਇਨ ਦ ਵਰਲਡ। ਸੋ ਆਮ ਤੌਰ 'ਤੇ ਤਾਂ ਆਪਾਂ ਸੁਣਦੇ ਵੀ ਵੈਨਕੂਵਰ ਸੋਹਣਾ ਬਹੁਤ ਆ ਜਾਂ ਇੱਥੇ ਹੈ ਬਹੁਤ ਕੁਛ, ਅਤੇ ਇਹ 69th ਨੰਬਰ ਦੇ ਉੱਤੇ ਕਿਉਂ ਆ? ਇਹਦੇ ਪਿੱਛੇ ਹੁਣ ਉਹ 2 ਹਫ਼ਤੇ ਪਹਿਲਾਂ ਜਿਹੜੀ ਰਿਪੋਰਟ ਸੀਗੀ ਉਹਦੇ ਉੱਤੇ ਹੁਣ ਚਰਚਾ ਹੋ ਰਹੀ, ਅਤੇ ਕਾਰਨ ਇਹ ਦੱਸਿਆ ਜਾ ਰਿਹਾ ਵੀ ਇੱਥੇ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੈ। ਜਦੋਂ ਉਹ ਦੇਖਦੇ ਆ ਕਿ ਜਿਹੜਾ ਲਿਵੇਬਲ ਸੋਹਣਾ ਅਤੇ ਸਾਰਾ ਕੁਛ ਕਿਹੜਾ ਸ਼ਹਿਰ ਆ, ਜਦੋਂ ਸਾਰੇ ਪੱਖ ਦੱਸੇ ਜਾਂਦੇ ਆ ਤਾਂ ਉਹਦੇ ਵਿੱਚ ਇਹ ਵੀ ਦੇਖਿਆ ਜਾਂਦਾ ਵੀ ਉੱਥੇ ਰਹਿਣਾ ਅਫੋਰਡ ਵੀ ਹੁੰਦਾ ਕਿ ਨਹੀਂ। ਸੋ ਜੇ ਹੁਣ ਲੋਕ ਇਹੀ ਕਹੀ ਜਾਂਦੇ ਵੀ ਸ਼ਹਿਰ ਮਾੜਾ ਬਹੁਤ ਆ ਕਿਉਂਕਿ ਇੱਥੇ ਰੈਂਟ ਵੀ ਬਹੁਤ ਜ਼ਿਆਦਾ, ਇੱਥੇ ਘਰ ਵੀ ਬਹੁਤ ਮਹਿੰਗੇ ਆ, ਅਤੇ ਕੁਦਰਤੀ ਤੌਰ 'ਤੇ ਉਹਦੀ ਰੈਂਕਿੰਗ ਥੱਲੇ ਆ ਜਾਊਗੀ।
5 ਸ਼ਹਿਰ ਕੈਨੇਡਾ ਦੇ ਆਏ ਸੀ ਤੇ 69th ਨੰਬਰ ਦੇ ਉੱਤੇ ਵੈਨਕੂਵਰ ਦਾ ਆਉਣਾ ਇਹ ਸਿੱਧਾ ਇਸ ਵੇਲੇ ਦੱਸਿਆ ਜਾ ਰਿਹਾ ਕਿ ਇਹਦਾ ਜਿਹੜਾ ਕੀਮਤਾਂ ਨੇ ਘਰਾਂ ਦੀਆਂ ਉਹ ਇਹਨੂੰ ਰਹਿਣ ਯੋਗ ਨਹੀਂ ਬਣਾ ਰਹੀਆਂ। ਰਹਿਣ ਯੋਗ ਦਾ ਮਤਲਬ ਜਿਹੜੇ ਟੌਪ 100 ਨੇ ਉਹਨਾਂ ਦੇ ਵਿੱਚ ਬਹੁਤ ਥੱਲੇ ਲੈ ਆਉਂਦੀ, ਇਹਦੀ ਰੈਂਕਿੰਗ ਥੱਲੇ ਨੂੰ ਗਈ ਆ। ਇੰਨੀ ਥੱਲੇ ਇਸ ਕਰਕੇ ਆ ਕਿਉਂਕਿ ਹਾਊਸਿੰਗ ਕਾਸਟ ਬਹੁਤ ਜ਼ਿਆਦਾ ਆ। ਇਹ ਚੌਥਾ ਜਿਹੜਾ ਕੈਨੇਡਾ ਦੇ ਵਿੱਚ ਚੌਥੇ ਨੰਬਰ 'ਤੇ ਆਉਂਦਾ ਜਿਹੜਾ ਇਹ ਸੋਹਣੇ ਸ਼ਹਿਰਾਂ ਦੇ ਵਿੱਚ। ਪਹਿਲੇ ਨੰਬਰ 'ਤੇ ਇਹਦੇ ਵਿੱਚ ਟੋਰਾਂਟੋ ਆ, ਦੂਜੇ ਨੰਬਰ ਦੇ ਉੱਤੇ ਮੌਂਟਰੀਅਲ ਆ, ਤੇ ਤੀਜੇ ਨੰਬਰ ਦੇ ਉੱਤੇ ਕੈਲਗਰੀ ਹੈ। ਚੌਥੇ ਨੰਬਰ ਦੇ ਉੱਤੇ ਵੈਨਕੂਵਰ ਆ, ਤੇ 5ਵੇਂ ਨੰਬਰ ਦੇ ਉੱਤੇ ਓਟਵਾ ਆ। ਸੋ ਇਹ 5 ਸ਼ਹਿਰ ਪਹਿਲੇ 100 ਦੇ ਵਿੱਚ ਕੈਨੇਡਾ ਦੇ ਆਏ ਸੀ ਤੇ ਲੋਕ ਹੁਣ ਇਸ ਗੱਲ ਤੋਂ ਚਿੰਤਤ ਨੇ ਜਾਂ ਇਹ ਗੱਲ ਕਰਦੇ ਵੀ ਵੈਨਕੂਵਰ ਦਾ ਨੰਬਰ ਇੰਨਾ ਪਿੱਛੇ ਕਿਉਂ ਆ। ਤੇ ਪਰ ਜਿਹੜੇ ਫੈਕਟਰ ਨੇ ਬਹੁਤ ਸਾਰੇ ਜਿਹਦੇ ਵਿੱਚ ਜਿਹੜਾ ਇਹਨੂੰ ਮਤਲਬ ਕਈ ਕੁਝ ਦੇਖਿਆ ਜਾ ਰਿਹਾ ਵੀ ਸੇਫ ਕੀ ਆ ਜਾਂ ਇਹਦੇ ਵਿੱਚ ਜਿਹੜੀਆਂ ਸੋਸ਼ਲੀ ਮਾਈਂਡਡ ਲੋਕ ਕਿੱਦਾਂ ਦੇ ਨੇ, ਇਨਕਮ ਇਕੁਐਲਿਟੀ ਕਿੰਨੀ ਆ ਜਾਂ ਇਨਕਮ ਇਕੁਐਲਿਟੀ ਦੇ ਵਿੱਚ 20ਵੇਂ ਨੰਬਰ ਦੇ ਉੱਤੇ ਆਉਂਦਾ ਆ। ਜਿਹੜੀ UBC ਦੇ ਵਿੱਚ ਇਹਦਾ ਰੈਂਕ 18 ਆ ਸੋਸ਼ਲ ਮਾਈਂਡਡ ਦੇ ਕਿਸਮ ਦੇ ਵਿੱਚ। ਸੋ ਵੱਖ-ਵੱਖ ਜਿਹੜੇ ਦੇਖੇ ਜਾਂਦੇ ਆ ਤੇ ਉਹਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਆ ਜਾਂ ਉਹਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਜਿਹੜੀ ਤੁਹਾਡੀ ਪਬਲਿਕ ਟਰਾਂਜ਼ਿਟ ਕੀ ਆ ਉੱਥੇ ਦੀ, ਹੋਰ ਚੀਜ਼ਾਂ ਕੀ ਨੇ, ਉਹ ਸਾਰੀਆਂ ਦੇ ਆਧਾਰ ਦੇ ਉੱਤੇ ਰਿਪੋਰਟ ਬਣਾਈ ਜਾਂਦੀ ਹੈ ਤੇ ਉਸ ਰਿਪੋਰਟ ਦੇ ਆਧਾਰ ਨਾਲ ਇਹਦਾ 69ਵਾਂ ਨੰਬਰ ਆਉਣਾ। ਤੇ ਉਹਦੇ ਵਿੱਚ ਕਾਰਨ ਇਹੀ ਜਿਹੜਾ ਹੁਣ ਕੱਢਿਆ ਉਹਨਾਂ ਨੇ ਕਿ ਉਹ ਇਹੀ ਆ ਕਿ ਇਹਦੀ ਘਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਬਹੁਤ ਜ਼ਿਆਦਾ ਨੇ ਤੇ ਇਸ ਕਰਕੇ ਇਹਨੂੰ ਇਸ ਨੰਬਰ ਦੇ ਉੱਤੇ ਆਉਂਦਾ ਆ ਲਿਸਟ ਦੇ ਵਿੱਚ। ਹੋਰ ਦੁਨੀਆ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਜਿਹੜਾ ਜਿੱਥੇ 5 ਕੈਨੇਡਾ ਦੇ ਸ਼ਹਿਰ ਨੇ ਉੱਥੇ ਬਾਕੀ ਸ਼ਹਿਰਾਂ ਦਾ ਜ਼ਿਕਰ ਵੀ ਹੋਇਆ ਆ, ਹਰ ਸਾਲ ਹੀ ਹੁੰਦਾ ਆ। ਤੇ ਸ਼ਹਿਰਾਂ ਦੀ ਜਿਹੜੀ ਰੈਂਕਿੰਗ ਆ ਉਹ ਅੱਗੇ ਪਿੱਛੇ ਜਾਂਦੀ ਰਹਿੰਦੀ ਆ, ਕਦੇ ਕੋਈ ਰੈਂਕ ਅੱਗੇ ਚਲੇ ਜਾਂਦਾ ਤੇ ਕਦੇ ਕਿਸੇ ਦਾ ਜਿਹੜਾ ਨੰਬਰ ਆ ਉਹ ਪਿੱਛੇ ਆ ਜਾਂਦਾ ਆ। ਤੇ ਬਹੁਤ ਸਾਰੀਆਂ ਹੋਰ ਪਲੇਸਿਸ ਜਿਹੜੀਆਂ ਉਹ ਵੀ ਇੱਥੇ ਹੈਗੀਆਂ ਆ। ਤੇ ਹੁਣ ਇਹਦੇ ਵਿੱਚ ਖਾਸ ਕਰਕੇ ਵੈਨਕੂਵਰ ਦਾ ਨੰਬਰ 69th ਪੋਜੀਸ਼ਨ ਦੇ ਉੱਤੇ ਆਉਣਾ ਲੋਕਾਂ ਦੇ ਲਈ ਥੋੜ੍ਹੀ ਜਿਹੀ ਫਿਕਰ ਵਾਲੀ ਗੱਲ ਸੀ। ਤੇ ਕਾਰਨ ਇਹਦਾ ਇਹੀ ਦੱਸਿਆ ਗਿਆ ਕਿ ਜਿਹੜਾ ਬਹੁਤ ਸਾਰੇ ਫੈਕਟਰ ਦੇ ਵਿੱਚੋਂ ਘਰਾਂ ਦੀ ਕੀਮਤ ਇੱਕ ਬਹੁਤ ਵੱਡਾ ਫੈਕਟਰ ਇਹਦੇ ਪਿੱਛੇ ਜਾਣ ਦੇ ਵਿੱਚ ਆ। ਇਸੇ ਕਰਕੇ ਲੰਡਨ ਪਹਿਲੇ ਨੰਬਰ 'ਤੇ ਆਉਂਦਾ ਦੁਨੀਆ ਦੇ ਵਿੱਚ। ਜਦੋਂ ਆਪਾਂ ਇਹ ਸ਼ਹਿਰ ਦੇਖਦੇ ਹਾਂ ਤੁਸੀਂ ਉਹ ਸਾਰਾ ਹਿਸਾਬ ਕਿਤਾਬ ਲਾ ਕੇ ਤੇ ਪਹਿਲੇ ਸ਼ਹਿਰ ਦੇ ਵਿੱਚ ਲੰਡਨ ਆਉਂਦਾ, ਲੰਡਨ ਤੋਂ ਬਾਅਦ ਦੂਜੇ ਨੰਬਰ 'ਤੇ ਪੈਰਿਸ ਆਉਂਦਾ, ਫਿਰ ਨਿਊਯਾਰਕ ਆਉਂਦਾ, ਫਿਰ ਟੋਕੀਓ ਆਉਂਦਾ, ਫਿਰ ਦੁਬਈ ਆਉਂਦਾ, ਫਿਰ ਬਾਰਸੀਲੋਨਾ ਆਉਂਦਾ, ਫਿਰ ਰੋਮ ਆਉਂਦਾ, ਫਿਰ ਮੈਡਰਿਡ ਆਉਂਦਾ, ਫਿਰ ਸਿੰਗਾਪੁਰ ਆਉਂਦਾ, ਫਿਰ ਐਮਸਟਰਡਮ ਆਉਂਦਾ। ਇਹ ਜਿਹੜੇ ਪਹਿਲੇ 10 ਸ਼ਹਿਰ ਆ। ਸੋ ਲੋਕ ਜਿਹੜੇ ਆਸ ਇਹ ਕਰਦੇ ਆ ਕਿ ਵੈਨਕੂਵਰ ਪਹਿਲੇ ਨੰਬਰ 'ਤੇ ਜਾਂ ਪਹਿਲੇ ਨੰਬਰਾਂ ਦੇ ਵਿੱਚ ਹੋਵੇ। ਸੋ ਲੰਡਨ, ਪੈਰਿਸ, ਨਿਊਯਾਰਕ, ਟੋਕੀਓ, ਦੁਬਈ, ਬਾਰਸੀਲੋਨਾ, ਰੋਮ, ਮੈਡਰਿਡ, ਸਿੰਗਾਪੁਰ ਤੇ ਐਮਸਟਰਡਮ ਪਹਿਲੇ 10 ਨੰਬਰਾਂ ਤੋਂ ਬਾਅਦ 69ਵੇਂ ਨੰਬਰ ਦੇ ਉੱਤੇ ਵੈਨਕੂਵਰ ਦਾ ਆਉਣਾ। ਉਹਦੇ ਵਿੱਚ ਵੱਡਾ ਕਾਰਨ ਇੱਥੇ ਕੀਮਤਾਂ ਦਾ ਜ਼ਿਆਦਾ ਦੱਸਿਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।